ਦੀਪ ਸਿੱਧੂ ਨੇ ਹੁਣ ਦੁਬਾਰਾ ਜੇਲ੍ਹ ਤੋਂ ਬਾਹਰ ਆਣ ਕੇ ਇਹ ਗੱਲ ਕਹੀ ਵੀ ਉੱਥੋਂ ਹੀ ਲੜਾਈ ਸ਼ੁਰੂ ਕਰਾਂਗੇ ਜਿੱਥੇ ਛੱਡ ਕੇ ਗਏ ਸੀ। ਇਹ ਸ਼ੰਭੂ ਮੋਰਚੇ ਦਾ ਫੈਕਟ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਕਿੱਦਾਂ ਜੁੜਦਾ ਹੈਗਾ, ਕਿਸ ਤਰੀਕੇ ਨਾਲ ਤਾਰਾਂ ਜੁੜਦੀਆਂ ਨੇ ਬਾਹਰ? ਫੋਟੋਆਂ ਦੇਖੋ ਤਾਂ ਬੈਨਰ ਵੀ ਦੇਖੋ ਤਾਂ ਉੱਥੇ ਬੈਨਰ ਸੰਯੁਕਤ ਕਿਸਾਨ ਮੋਰਚਾ ਦੇ ਨਹੀਂ, ਉੱਥੇ ਬੈਨਰ ਹੈ ਵਾਰਿਸ ਪੰਜਾਬ ਦੇ .org। ਪ੍ਰੋਟੈਸਟ ਸ਼ੁਰੂ ਹੋਈ ਸ਼ੰਭੂ ਮੋਰਚੇ ਜਿੱਥੇ ਕਿ ਜਿਹੜਾ ਸ਼ੁਰੂਆਤੀ ਰਜਿਸਟ੍ਰੇਸ਼ਨ ਤੇ ਸ਼ੁਰੂਆਤੀ ਨੰਬਰ ਹੀ ਬਾਹਰ ਹੈ, ਦੇਸ਼ ਤੋਂ ਬਾਹਰ ਹੈ। ਔਰ ਜਿਹੜਾ ਬੰਦਾ ਚਲਾ ਰਿਹਾ ਜਿਹਦਾ ਨਾਮ ਆ ਰਿਹਾ ਹੈ ਉਹ ਬੜਾ ਇੰਟੀਮੇਟਲੀ ਕਨੈਕਟਡ ਹੈ ਜਿਹੜੀ ਸਿੱਖ ਕਾਕਸ ਸਪੋਰਟ ਕਮੇਟੀ ਨਾਲ। ਡਾਕਟਰ ਪ੍ਰਿਤਪਾਲ ਜਿਹੜੇ ਕਿ ਇਹ ਬੁੱਕ ਜਿਹੜੀ ਹੈਗੀ ਹੈ ਸਿੱਖ ਕਾਕਸ ਸੀਜ਼ ਇਨ ਦਿੱਲੀ ਐਂਡ ਸਰੈਂਡਰ ਇਨ ਵਾਸ਼ਿੰਗਟਨ, ਉਹ ਕਾਫੀ ਜਿਹੜੇ ਤੱਥ ਬਾਹਰ ਲਿਆਉਂਦੀ ਹੈ ਕਿ ਕਿਵੇਂ ਗਵਰਨਮੈਂਟ ਆਫ ਇੰਡੀਆ ਦੇ ਹਿੱਤ ਵਿੱਚ ਉਹ ਕੰਮ ਕਰ ਰਹੀ ਹੈ। ਹੁਣ ਜੇ ਇਹ ਤਾਰਾਂ ਸ਼ੰਭੂ ਮੋਰਚੇ ਦੀਆਂ ਇੰਨੀ ਦੂਰ ਤੱਕ ਜਾਂਦੀਆਂ ਤਾਂ ਤੁਸੀਂ ਸੋਚ ਸਕਦੇ ਹੋ ਕਿ ਕੌਣ ਇਹਨਾਂ ਨੂੰ ਕੰਟਰੋਲ ਕਰ ਰਿਹਾ। ਇਹ ਕੇਸ ਕੀ ਹੈਗਾ ਤੇ ਇਹ ਤੋਂ ਉਹ ਛਵੀ ਕਿਵੇਂ ਸਾਫ਼ ਹੁੰਦੀ ਹੈ ਕਿ ਦੀਪ ਸਿੱਧੂ ਕੇਸ ਕਿਰਦਾਰ ਦਾ? ਕਹਾਣੀ ਇਹ ਹੈ ਕਿ ਇਹ ਫਿਲਮ ਬਣਾ ਰਹੇ ਸੀ ਉਸ ਵੇਲੇ ਜੋਰਾ 10 ਨੰਬਰੀਆ। ਜਿਹੜੀ ਇਹ ਲੜਕੀ ਅਮਨਦੀਪ ਕੌਰ, ਇਹਨੂੰ ਪ੍ਰੋਮਿਸ ਕੀਤਾ ਗਿਆ ਸੀ ਕਿ ਤੁਸੀਂ ਹੈਗੇ ਹੋ ਐਕਟਰਸ ਹੀਰੋਇਨ ਮੇਨ, ਤਾਂ ਇਹਦੇ ਵਿੱਚ ਸਨੀ ਦਿਓਲ ਹੋਏਗਾ ਹੀਰੋ। ਇਸ ਲੇਡੀ ਅਮਨਦੀਪ ਕੌਰ ਨੂੰ ਪ੍ਰੋਬਬਲੀ ਕੰਪਰੋਮਾਈਜ਼ ਇਸ ਲਈ ਕੀਤਾ ਕਿ ਇਹਨਾਂ ਨੇ ਉਹਨੂੰ ਥੋੜ੍ਹਾ ਫਿਜ਼ੀਕਲੀ ਅਸੌਲਟ ਕੀਤਾ ਸੀ। ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਲੀਡਰ ਐਕਸੈਪਟ ਕਰਦੇ ਹੋ ਜਾਂ ਲੀਡਰ ਬਣਾਉਣਾ ਚਾਹੁੰਦੇ ਹੋ, ਉਹਦੀ ਜਿਹੜੀ ਪਾਸਟ ਹਿਸਟਰੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਕੱਲ੍ਹ ਨੂੰ ਪੰਜਾਬ ਦੇ ਵਿੱਚ ਉਹਨੂੰ ਕੋਈ ਵੱਡਾ ਅਹੁਦਾ ਮਿਲ ਗਿਆ ਸਮਝਦੇ ਹਾਂ ਅਸੀਂ, ਤਾਂ ਉਹਨੂੰ ਆਸਾਨ ਹੋ ਜਾਏਗਾ ਆਪਣੇ ਇਸ਼ਾਰੇ 'ਤੇ ਮਤਲਬ ਕਹਿ ਲਓ ਕਿ ਸੱਪ ਦੇ ਜਿਹੜੇ ਹੈ ਨਾ ਉਹ ਦੰਦ ਕੱਢ ਦਿੱਤੇ ਜਾਂਦੇ ਨੇ, ਖੱਟੇ ਕਰ ਦਿੰਦੇ, ਹੁਣ ਉਹ ਡੰਗ ਨਹੀਂ ਸਕਦਾ। ਪੋਲੀਟੀਕਲ ਸਟਰਕਚਰ ਇੱਦਾਂ ਦਾ ਬਣਾ ਦਿੱਤਾ ਗਿਆ ਕਿ ਇਮਾਨਦਾਰ ਬੰਦਾ ਇਹਦੇ ਵਿੱਚ ਆ ਹੀ ਨਾ ਸਕੇ। ਹੁਣ ਅੱਜ ਤੁਸੀਂ ਸਿਧਾਰਥ ਨੂੰ ਬਣਾ ਦਿਓ ਮਿਨਿਸਟਰ ਜਾਂ ਇਲੈਕਟ ਕਰ ਦਿਓ, ਉਹਦੇ ਜਿਹੜੇ ਕ੍ਰਿਮੀਨਲ ਕੇਸਿਸ ਹੈਗੇ ਉਹ ਝੱਟੇ ਸ਼ੁਰੂ ਕਰਕੇ ਜਦੋਂ ਮਰਜ਼ੀ ਉਹਨੂੰ ਆਪਣੇ ਹਿਸਾਬ ਨਾਲ ਚਲਾ ਲੈਣ। 26 ਜਨਵਰੀ ਤਾਂ ਇੰਨਾ ਸਪਸ਼ਟ ਹੋ ਗਿਆ ਕਿ ਹੁਣ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਹੈ। ਅਦਰਵਾਈਜ਼ ਇਹ ਚੀਜ਼ਾਂ ਬਲੋ ਅਪ ਨਹੀਂ ਕਰਦੀਆਂ। ਜਿਹੜਾ ਅੰਡਰ ਕਵਰ ਏਜੰਟ ਹੁੰਦੇ ਹੈ ਉਹ ਕਦੀ ਉਹਨਾਂ ਦਾ ਕਵਰ ਬਲੋ ਹੋ ਜਾਂਦਾ, ਉਹਦੀ ਸਾਰੀ ਸ਼ਕਤੀ ਖਤਮ ਹੋ ਜਾਂਦੀ ਹੈ। ਇਹਦਾ ਬਲੋ ਹੋ ਗਿਆ ਹੁਣ ਹੁਣ ਤਾਂ ਡੈਮੇਜ ਕੰਟਰੋਲ ਹੈ। ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ। ਇਹ ਵਾਕਿਆ ਹੀ ਉਸੇ ਫਿਲਾਸਫੀ 'ਤੇ ਕੰਮ ਕਰਦੀ ਹੈ ਗਵਰਨਮੈਂਟ ਆਫ ਇੰਡੀਆ ਕਿ ਜਿਹੜੇ ਆਪਣੇ ਦੁਸ਼ਮਣ ਕ੍ਰੀਏਟ ਕਰੋ ਜਿਹਦੀ ਲਗਾਮ ਤੁਹਾਡੇ ਕੋਲ ਹੋਵੇ, ਤਾਂ ਕਿ ਉਹਨਾਂ ਨੂੰ ਆਪਣੀ ਮਰਜ਼ੀ ਦੇ ਮੁਤਾਬਿਕ ਉਹਨਾਂ ਨੂੰ ਖਿਲਾਇਆ ਜਾ ਸਕੇ। ਜੇ ਤੁਸੀਂ ਇੱਦਾਂ ਦੇ ਟਪੂਸਿਆ ਮਨ ਵਾਲੇ ਜਿਹੜੇ ਸਡਨਲੀ ਸੀਟ 'ਤੇ ਆ ਜਾਂਦੇ ਨੇ, ਉਸ ਲੀਡਰਸ਼ਿਪ 'ਤੇ ਯਕੀਨ ਕਰੇਗਾ ਤਾਂ ਫਿਰ ਰਿਜ਼ਲਟ ਉਹੀ ਹੋਏਗਾ। ਸਿੱਧੇ ਤੌਰ 'ਤੇ ਅਸੀਂ ਮੰਨਦੇ ਹਾਂ ਕਿ ਜਥੇਬੰਦੀਆਂ ਨੇ ਵੀ ਕਿਨਾਰਾ ਕੀਤਾ ਹੋਇਆ ਕਿ ਦੀਪ ਸਿੱਧੂ ਸਾਡਾ ਹਿੱਸਾ ਨਹੀਂ ਹੈਗਾ, ਪਰ ਲੱਖੇ ਸਿਧਾਣੇ 'ਤੇ ਜਥੇਬੰਦੀਆਂ ਯਕੀਨ ਕਰ ਰਹੀਆਂ ਨੇ ਕਿ ਉਹ ਯਕੀਨ ਦਾ ਕਾਰਨ ਕੀ ਮੰਨਦੇ ਹੋ ਫਿਰ? ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੀ ਅਸੀਂ ਗੱਲ ਕਰੀਏ ਤਾਂ ਪੰਜਾਬ ਤੋਂ ਪਿਛਲੇ ਕਈ ਦਿਨਾਂ ਤੋਂ ਇੱਕ ਲਹਿਰ ਸ਼ੁਰੂ ਹੋਈ ਸੀ ਜਿਹੜੀ ਲਗਾਤਾਰ ਇਹ ਮੰਗ ਕਰ ਰਹੀ ਸੀ ਕਿ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਜਾਵੇ, ਤੇ ਉਹ ਲਹਿਰ ਨੂੰ 6 ਮਹੀਨੇ ਹੁਣ ਦਿੱਲੀ ਤੇ ਬੈਠਿਆਂ ਨੂੰ ਵੀ ਹੋ ਗਏ ਨੇ ਤੇ ਬਾਦਸਤੂਰ ਚੱਲ ਰਹੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡੇ ਸਾਹਮਣੇ ਵੀ ਆ ਰਹੀਆਂ ਨੇ। ਪਰ ਇਹਦੇ ਨਾਲ ਦੀ ਨਾਲ ਕੀ ਮਾਹੌਲ ਸਿਰਜਣ ਦੀ ਕੋਸ਼ਿਸ਼ ਹੋ ਰਹੀ ਹੈ ਉਹ ਵੀ ਸਮਝਣਾ ਪਵੇਗਾ, ਤੇ ਜਿਹੜੇ ਆਗੂ ਆਪਣੇ ਆਪ ਨੂੰ ਕਹਾਰੇ ਨੇ ਉਹਨਾਂ ਦੀ ਭੂਮਿਕਾ ਕਿਹੋ ਜਿਹੀ ਹੈ, ਉਹਨਾਂ ਦੇ ਕਿਰਦਾਰ ਕਿਹੋ ਜਿਹੇ ਨੇ, ਉਹ ਵੀ ਸਾਨੂੰ ਜਾਣਨਾ ਪਵੇਗਾ। ਲੱਖਾ ਸਿਧਾਣਾ ਤੋਂ ਹਰ ਇੱਕ ਬੰਦਾ ਵਾਕਿਫ ਹੈਗਾ, ਪਰ ਦੀਪ ਸਿੱਧੂ ਇੱਕ ਜਿਹੜਾ ਚਿਹਰਾ ਹੈਗਾ ਉਹਨੂੰ ਵੀ ਸਮਝਣਾ ਪਵੇਗਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਾਂ ਜੋ ਉਹਨਾਂ ਦੀਆਂ ਗੱਲਾਂ ਸਾਹਮਣੇ ਆਈਆਂ ਜਾਂ ਜੋ 26 ਤਰੀਕ ਜਨਵਰੀ ਨੂੰ ਜੋ ਕੁਝ ਹੋਇਆ ਵਾਪਰਿਆ, ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਦੇ ਸਮਝ ਆਉਣੀਆਂ ਸ਼ੁਰੂ ਹੋ ਗਈਆਂ। ਪਰ ਜਿਹੜੀਆਂ ਚੀਜ਼ਾਂ ਹਾਲੇ ਵੀ ਸਮਝ ਨਹੀਂ ਆ ਰਹੀਆਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀਆਂ। ਸਾਡੇ ਨਾਲ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ RS ਬੈਂਸ ਨੇ। ਬੈਂਸ ਸਾਹਿਬ, ਨਵਾਂ ਕੇਸ ਆਇਆ ਦੀਪ ਸਿੱਧੂ ਦੇ ਖਿਲਾਫ, ਇਹ ਕੇਸ ਕੀ ਹੈਗਾ ਤੇ ਇਹ ਤੋਂ ਉਹ ਛਵੀ ਕਿਵੇਂ ਸਾਫ਼ ਹੁੰਦੀ ਹੈ ਕਿ ਦੀਪ ਸਿੱਧੂ ਕੇਸ ਕਿਰਦਾਰ ਦਾ ਬੰਦਾ ਹੈ? ਮੇਰੇ ਕੋਲ 2 ਡਾਕੂਮੈਂਟਸ ਆਏ ਹੈ। ਇੱਕ ਤਾਂ ਲੀਗਲ ਨੋਟਿਸ ਦਿੱਤਾ ਹੋਇਆ ਮਿਸਟਰ ਹਰਿੰਦਰਪਾਲ ਸਿੰਘ ਈਸਰ ਐਡਵੋਕੇਟ ਨੇ 16/8/2017 'ਚ ਔਨ ਬਿਹਾਫ ਆਫ ਅਮਨਦੀਪ ਕੌਰ ਐਲਿਸ ਅਮਨ ਹੁੰਡਲ, ਤੇ ਚੰਡੀਗੜ੍ਹ ਦੇ ਰਹਿਣ ਵਾਲੇ ਹੈ। ਤੇ ਦੂਸਰੀ ਇੱਕ ਕੰਪਲੇਂਟ ਹੈ ਸੀਨੀਅਰ ਸੁਪਰਡੈਂਟ ਆਫ ਪੁਲਿਸ ਚੰਡੀਗੜ੍ਹ ਨੂੰ, ਉਹ ਵੀ ਕੰਪਲੇਂਟ ਅਗੇਂਸਟ ਦੀਪ ਸਿੱਧੂ ਤੇ ਮਨਦੀਪ ਸਿੱਧੂ, ਉਹ ਵੀ ਸੇਮ, ਉਹ ਹੈਗੇ ਤਨਵੀਰ ਸਿੰਘ ਵੱਲੋਂ 14/8/2017 ਵਿੱਚ। ਇਹਦਾ ਮਤਲਬ ਆਲਮੋਸਟ ਸੇਮ ਹੀ ਟਾਈਮ ਲਾਈਨ ਹੈ। ਇਸ ਵਿੱਚ ਕਹਾਣੀ ਇਹ ਹੈ ਕਿ ਇਹ ਫਿਲਮ ਬਣਾ ਰਹੇ ਸੀ ਉਸ ਵੇਲੇ ਜੋਰਾ 10 ਨੰਬਰੀਆ। ਜਿਹੜੀ ਇਹ ਲੜਕੀ ਅਮਨਦੀਪ ਕੌਰ, ਇਹਨੂੰ ਪ੍ਰੋਮਿਸ ਕੀਤਾ ਗਿਆ ਸੀ ਕਿ ਤੁਸੀਂ ਹੈਗੇ ਹੋ ਐਕਟਰਸ ਹੀਰੋਇਨ ਮੇਨ, ਤਾਂ ਇਹਦੇ ਵਿੱਚ ਸਨੀ ਦਿਓਲ ਹੋਏਗਾ ਹੀਰੋ। ਉਹਦੇ ਵਿੱਚ ਦੀਪ ਸਿੱਧੂ ਦਾ ਐਕਚੁਅਲੀ ਨਾਮ ਤਾਂ ਸੰਦੀਪ ਸਿੱਧੂ ਹੈ। ਇਹਨਾਂ
ਛੋਟਾ ਨਾਮ ਕੀਤਾ ਹੈ, ਚਾਹੇ ਫਿਲਮਾਂ ਲਈ ਚਾਹੇ ਛਪਾਉਣ ਲਈ ਕਿ ਉਹ ਦੇ ਖਿਲਾਫ ਕੁਛ ਨਾ ਕੁਛ ਪ੍ਰੋਬਲਮ ਹੈਗੀ ਹੈ, ਘੱਟੋ ਘੱਟ ਕੰਪਲੇਂਟਾਂ ਤਾਂ ਹੈਗੀਆਂ। ਸੋ ਉਸ ਫਿਲਮ ਵਿੱਚ ਇਹਨਾਂ ਨੇ ਕੁਛ ਪ੍ਰੋਮਿਸ ਕੀਤਾ ਸੀ ਪੇਮੈਂਟ, ਉਹ ਇਹਨਾਂ ਨੇ ਦਿੱਤੀ ਨਹੀਂ। ਕੁਛ ਪੈਸੇ ਇਹਨਾਂ ਨੇ ਲੈ ਲਏ, ਅਲਟੀਮੇਟਲੀ ਇਹਨਾਂ ਦਾ ਕੰਪਰੋਮਾਈਜ਼ ਹੋਇਆ। ਇਹਨਾਂ ਨੇ ਚੈੱਕ ਦਿੱਤੇ 20 ਲੱਖ ਦੇ, ਉਹ ਬਾਉਂਸ ਹੋ ਗਏ। ਉਹ ਕੇਸ ਫਿਰ ਪਾਉਣਾ ਪਿਆ ਇਹਨਾਂ ਨੂੰ। ਤਾਂ ਇਹ ਸਾਰੇ ਇਹਨਾਂ ਨੇ ਫਿਰ ਇਸ ਲੇਡੀ ਅਮਨਦੀਪ ਕੌਰ ਨੂੰ ਪ੍ਰੋਬਬਲੀ ਕੰਪਰੋਮਾਈਜ਼ ਇਸ ਲਈ ਕੀਤਾ ਕਿ ਇਹਨਾਂ ਨੇ ਉਹਨੂੰ ਥੋੜ੍ਹਾ ਫਿਜ਼ੀਕਲੀ ਅਸੌਲਟ ਕੀਤਾ ਸੀ। ਸੋ ਇਹਨਾਂ ਸਾਰੀਆਂ ਗੱਲਾਂ ਤੋਂ ਇੱਕ ਕਰੈਕਟਰ ਜਿਹੜਾ ਝਲਕਦਾ ਹੈ ਕਿ ਜੇ ਤੁਸੀਂ ਇਸ ਲੈਵਲ 'ਤੇ ਠੱਗੀ ਕਰ ਸਕਦੇ ਹੋ ਔਰ ਇੰਨੇ ਗੁੱਸੇ ਕਰਕੇ ਇੱਕ ਲੇਡੀ ਨੂੰ ਅਸੌਲਟ ਕਰ ਸਕਦੇ ਹੋ, ਫਿਰ ਤੁਸੀਂ ਉਸ ਤੋਂ ਬਚਣ ਲਈ ਕੰਪਰੋਮਾਈਜ਼ ਕਰ ਸਕਦੇ ਹੋ, ਤਾਂ ਫਿਰ ਚੈੱਕ ਵੀ ਬਾਉਂਸ ਹੋ ਜਾਂਦਾ ਥੋੜ੍ਹਾ ਸੀ, ਉਹ ਵੀ ਨਹੀਂ ਦਿੰਦੇ। ਇਮੀਡੀਏਟਲੀ ਤੁਸੀਂ ਐਫਆਈਆਰ ਤੋਂ ਬਚਣ ਲਈ ਕੰਪਰੋਮਾਈਜ਼ ਕਰ ਲਿਆ, ਫਿਰ ਤੁਸੀਂ ਚੈੱਕ ਬਾਉਂਸ ਹੋ ਗਿਆ। ਤੁਹਾਨੂੰ ਪਤਾ ਕਿੰਨੀ ਦੇਰ ਲੱਗਦੀ, 8-10 ਸਾਲ ਲੱਗਦੇ ਨੇ ਚੈੱਕ ਦੇ ਅਮਾਊਂਟ ਵਾਪਸ ਲੈਣ ਲਈ। ਇੱਕ ਬੰਦੇ ਤਾਂ ਰੁੱਲ ਹੀ ਜਾਂਦਾ ਹੈਗਾ। ਸੋ ਇਸ ਕਰੈਕਟਰ ਤੋਂ ਹੁਣ ਇਹ ਤਾਂ ਚਲੋ ਇਹਦੀ ਕੋਈ ਜ਼ਿਆਦਾ ਇੰਪੋਰਟੈਂਸ ਨਹੀਂ ਹੋਣੀ ਸੀ ਜੇ ਸਬਸੀਕੁਐਂਟ ਇਵੈਂਟ ਉਹਨੂੰ ਇੱਕ ਵੱਡੇ ਪੰਜਾਬੀਆਂ ਦੇ ਲੀਡਰ ਵੱਲੋਂ ਜਾਂ ਦੇਸ਼ ਦਾ ਲੀਡਰ ਵੱਲੋਂ ਪੇਸ਼ ਨਾ ਹੁੰਦਾ। ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਲੀਡਰ ਐਕਸੈਪਟ ਕਰਦੇ ਹੋ ਜਾਂ ਲੀਡਰ ਬਣਾਉਣਾ ਚਾਹੁੰਦੇ ਹੋ, ਉਹਦੀ ਜਿਹੜੀ ਪਾਸਟ ਹਿਸਟਰੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਬਾਰ-ਬਾਰ ਪੰਜਾਬ ਵਿੱਚ ਧੋਖਾ ਖਾਂਦਾ ਇਮਾਨਦਾਰ ਲੀਡਰਸ਼ਿਪ ਦੀ ਘਾਟ ਹੋਣ ਕਰਕੇ ਹਰ ਵਾਰੀ ਲੋਕ ਵਿਸ਼ਵਾਸ ਕਰਦੇ ਨੇ ਨਵੇਂ ਲੀਡਰ 'ਤੇ। ਹਰ ਵਾਰੀ ਲੀਡਰ ਲੋਕਾਂ ਦੀ ਹੱਕ ਦੀ ਗੱਲ ਨਹੀਂ ਕਰਦਾ ਤਾਂ ਅਸੀਂ ਧੋਖਾ ਖਾ ਜਾਂਦੇ ਹਾਂ। ਅਤੇ ਜਿੱਥੇ ਉਸ 'ਤੇ ਮੈਂ ਜਦੋਂ ਇਹ ਨੋਟਿਸ ਪੜ੍ਹੇ ਤਾਂ ਮੈਨੂੰ ਉਦਾਸੀ ਵੀ ਹੋਈ, ਹੈਰਾਨੀ ਵੀ ਹੋਈ ਕਿ ਜਿਸ ਵਿਅਕਤੀ ਨੂੰ ਪੇਸ਼ ਕੀਤਾ ਜਾ ਰਿਹਾ ਮੁੰਡਿਆਂ ਦਾ ਲੀਡਰ, ਯੰਗਸਟਰ ਦਾ ਲੀਡਰ ਔਰ ਕਿਸਾਨ ਸੰਘਰਸ਼ ਵਿੱਚ ਸਿੱਧਾ ਹਿੱਸਾ ਲੈ ਰਿਹਾ, ਔਰ ਉਹਨੇ ਜੋ ਕਿਸਾਨ ਸੰਘਰਸ਼ ਵਿੱਚ ਕੀਤਾ ਕਲੀਅਰਲੀ ਉਹਨੇ ਇੱਕ ਸੰਯੁਕਤ ਕਿਸਾਨ ਮੋਰਚਾ ਦਾ ਜਿਹੜਾ ਬੇਸਿਕ ਡਿਸਿਪਲਿਨ ਹੈ ਉਹਨੂੰ ਵਾਇਲੇਟ ਤਾਂ ਕੀਤਾ, ਡਾਕੂਮੈਂਟਡ ਹੋ ਗਿਆ। ਉਹਦੇ ਨਾਲ ਗਵਰਨਮੈਂਟ ਆਫ ਇੰਡੀਆ ਨੂੰ ਕਿੰਨੀ ਵੱਡੀ ਆਪਰਚੁਨਿਟੀ ਮਿਲੀ ਐਫਆਈਆਰ ਦਰਜ ਕਰਨ ਦੀ, ਕਿਸਾਨਾਂ 'ਤੇ ਅਤਿਆਚਾਰ ਕਰਨ ਦੀ, ਕਿੰਨਿਆਂ ਨੂੰ ਅਰੈਸਟ ਕੀਤਾ ਉਹਨਾਂ ਨੇ। ਅਤੇ ਉਹ ਫਿਰ ਇਹੋ ਜਿਹਾ ਬੰਦਾ ਜੇ ਇੰਨੀ ਛੋਟੀਆਂ ਹੇਰਾਫੇਰੀ ਕਰ ਸਕਦਾ, ਜਦੋਂ ਉਹਨੂੰ ਕੋਈ ਬਾਈ ਚਾਂਸ ਐਜ਼ ਅ ਪੋਲੀਟੀਕਲ ਆਲਟਰਨੇਟਿਵ ਪੋਲੀਟੀਕਲ ਲੀਡਰ ਬਣ ਗਿਆ ਤਾਂ ਫਿਰ ਕੀ ਕਰੇਗਾ। ਸਿੱਧੇ ਤੌਰ 'ਤੇ ਆਪਾਂ ਮੰਨ ਸਕਦੇ ਕਿ ਜੇ ਇੱਦਾਂ ਦੇ ਕਿਰਦਾਰ ਦਾ ਕੋਈ ਬੰਦਾ ਹੈਗਾ ਤਾਂ ਉਹਨੂੰ ਬਾਅਦ ਵਿੱਚ ਆਪਣੀਆਂ ਉਂਗਲਾਂ 'ਤੇ ਆਪਣੇ ਇਸ਼ਾਰਿਆਂ 'ਤੇ ਨਚਾਉਣਾ ਜਿਹੜੇ ਵੱਡੇ ਸਿਸਟਮ ਚਲਾ ਰਹੇ ਨੇ ਉਹਨਾਂ ਦੇ ਲਈ ਬੜਾ ਆਸਾਨ ਹੋ ਜਾਵੇਗਾ। ਜੇ ਕੱਲ੍ਹ ਨੂੰ ਪੰਜਾਬ ਦੇ ਵਿੱਚ ਉਹਨੂੰ ਕੋਈ ਵੱਡਾ ਅਹੁਦਾ ਮਿਲ ਗਿਆ, ਸਮਝ ਲਿਆ ਅਸੀਂ, ਤਾਂ ਉਹਨੂੰ ਆਸਾਨ ਹੋ ਜਾਏਗਾ ਆਪਣੇ ਇਸ਼ਾਰਿਆਂ 'ਤੇ ਨਚਾਉਣਾ। ਫਿਰ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਦੀ ਬਹੁਤ ਜ਼ਿਆਦਾ ਇੰਟਰਫੇਰੈਂਸ ਹੈ। ਨਵੇਂ ਲੀਡਰ ਜਿਹੜੇ ਇਮਰਜ ਵੀ ਹੁੰਦੇ ਉਹਨਾਂ ਦੇ ਅਪਰੂਵਲ ਨਾਲ ਹੁੰਦੇ ਨੇ, ਔਰ ਉਹ ਉਹੀ ਲੀਡਰਾਂ ਨੂੰ ਇਮਰਜ ਹੋਣ ਦਿੰਦੇ, ਲੋਕਾਂ ਸਾਹਮਣੇ ਹੀਰੋ ਬਣਾ ਕੇ ਪੇਸ਼ ਕਰਦੇ ਆ, ਜਿਨ੍ਹਾਂ ਦੀ ਜਿਹੜੀ ਨਕੇਲ ਹੈ, ਜਿਨ੍ਹਾਂ ਦਾ ਕੰਟਰੋਲ ਉਹਨਾਂ ਕੋਲ ਰਹੇ। ਜੇ ਕਿਸੇ ਬੰਦੇ ਦਾ ਕ੍ਰਿਮੀਨਲ ਰਿਕਾਰਡ ਹੋਵੇ, ਉਹਨੂੰ ਜਦੋਂ ਮਰਜ਼ੀ ਉਹ ਕੇਸ ਕੱਢ ਕੇ ਉਹਨੂੰ ਦੁਬਾਰਾ ਅਰੈਸਟ ਕਰਕੇ ਉਹਦੀ ਬਾਹ ਮਰੋੜੀ ਜਾ ਸਕਦੀ ਹੈ। ਉਹ ਸਰਕਾਰ ਸੈਂਟਰਲ ਗਵਰਨਮੈਂਟ ਦੇ ਖਿਲਾਫ ਕਦੇ ਨਹੀਂ ਜਾ ਸਕਦਾ। ਇਸੇ ਕਰਕੇ ਜਿਹੜੀ ਵੀ ਲੀਡਰਸ਼ਿਪ ਨੂੰ ਇੱਥੇ ਮੌਕਾ ਦਿੱਤਾ ਜਾਂਦਾ, ਐਮਰਜ ਹੋਣ ਦਿੰਦਾ, ਉਹ ਬਿਲਕੁਲ ਉਹਨਾਂ ਦੀ ਪਹਿਲਾਂ ਹੀ ਜਿਹੜੀ ਮਜਬੂਰੀਆਂ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਕੰਟਰੋਲ ਕਰਤਾ ਜਾਂਦਾ। ਮਤਲਬ ਕਹਿ ਲਓ ਕਿ ਸੱਪ ਦੇ ਜਿਹੜੇ ਹੈ ਨਾ ਉਹ ਦੰਦ ਕੱਢ ਦਿੱਤੇ ਜਾਂਦੇ ਨੇ, ਖੱਟੇ ਕਰਤੇ ਜਾਂਦੇ, ਹੁਣ ਉਹ ਡੰਗ ਨਹੀਂ ਸਕਦਾ। ਇਸ ਕਰਕੇ ਜਦੋਂ ਤੁਸੀਂ ਉਹੋ ਜਿਹੇ ਬੰਦੇ ਨੂੰ ਪੇਸ਼ ਕਰਨਗੇ ਤਾਂ ਉਹਦਾ ਰਿਜ਼ਲਟ ਕੀ ਹੁੰਦਾ ਕਿ ਉਹ ਤਾਕਤ ਦੇ ਆਉਣ ਦੇ ਵਿੱਚ ਵੀ ਬਾਅਦ ਵੀ ਲੋਕਾਂ ਦਾ ਕੁਛ ਨਹੀਂ ਕਰ ਸਕਦਾ। ਉਹ ਮਜਬੂਰ ਹੁੰਦਾ, ਉਹਦੀ ਆਪਣੀ ਮਜਬੂਰੀ ਹੁੰਦੀ, ਨਾਲ ਦੀ ਨਾਲ ਉਹਨਾਂ ਨੇ ਉਸ ਬਾਹਰ ਕੱਢ ਦੇਣੇ ਚੀਜ਼ਾਂ ਅਤੇ ਉਹ ਖਤਮ ਹੋ ਜਾਂਦਾ ਹੈ। ਤਾਂ ਉਹ ਆਪਣੇ ਨਿੱਜੀ ਹਿੱਤ ਲਈ ਫਿਰ ਅਲਟੀਮੇਟਲੀ ਕੰਮ ਕਰ ਸਕਦਾ, ਲੋਕਾਂ ਦੇ ਹਿੱਤ ਲਈ ਕੰਮ ਨਹੀਂ ਕਰ ਸਕਦਾ। ਬੜੀ ਲੋਕਤੰਤਰ ਦੀ ਕਹਿ ਲਓ, ਟ੍ਰੈਜਡੀ ਕਹਿ ਲਓ, ਇਹ ਹਿੰਦੁਸਤਾਨ ਦਾ ਮੋਡਸ ਆਪਰੈਂਡੀ ਕਹਿ ਲਓ, ਪਰ ਸੈਂਟਰਲ ਗਵਰਨਮੈਂਟ ਪੰਜਾਬ ਲਈ ਤਾਂ ਇਹੀ ਤਰੀਕਾ ਇਸਤੇਮਾਲ। ਸਵਾਲ ਕਰਨ ਲੱਗਾ ਸੀ ਕਿਉਂਕਿ ਇਹ ਬੜਾ ਪੋਲੀਟੀਕਲ ਸਟਰਕਚਰ ਇੱਦਾਂ ਦਾ ਬਣਾ ਦਿੱਤਾ ਗਿਆ ਕਿ ਇਮਾਨਦਾਰ ਬੰਦਾ ਇਹਦੇ ਵਿੱਚ ਆ ਹੀ ਨਾ ਸਕੇ। ਜੇ ਆ ਜਾਵੇ ਤਾਂ ਉਹਨੂੰ ਪਹਿਲਾਂ ਹੀ ਹਰਾਸ ਕਰ ਦਿੱਤਾ ਜਾਂਦਾ, ਨਹੀਂ ਤਾਂ ਚੋਣ ਹੀ ਉਹਨਾਂ ਬੰਦਿਆਂ ਦੀ ਹੁੰਦੀ ਹੈ ਜਿਹੜੇ ਕਿਤੇ ਨਾ ਕਿਤੇ ਪਹਿਲਾਂ ਹੀ ਕਿਤੇ ਨਾ ਕਿਤੇ ਫਸੇ ਹੁੰਦੇ ਨੇ, ਜਾਂ ਕੋਈ ਨਾ ਕੋਈ ਕੇਸ ਚੱਲ ਰਹੇ ਹੁੰਦੇ ਨੇ, ਜਾਂ ਉਹਨਾਂ ਦੇ ਇਸ਼ਾਰਿਆਂ 'ਤੇ ਨੱਚ ਸਕਦੇ ਨੇ। ਇਹੀ ਅਸੀਂ ਦੇਖਦੇ ਹਾਂ ਪਿਛਲੇ ਸਮੇਂ ਤੋਂ ਕੇਂਦਰ ਦੀ ਸਰਕਾਰ, ਜੇ ਸੂਬੇ ਦੀ ਸਰਕਾਰ ਦੀ ਵੀ ਗੱਲ ਕਰ ਲਈਏ ਤਾਂ ਉਹੀ ਕੋਸ਼ਿਸ਼ਾਂ ਨਜ਼ਰ ਆ ਰਹੀਆਂ ਨੇ ਇਸ ਵੇਲੇ। ਤੁਸੀਂ ਅਲੱਗ-ਅਲੱਗ ਤਰੀਕੇ ਨਾਲ ਉਹਨਾਂ ਨੇ ਹਰ ਪੰਜਾਬ ਵਿੱਚ ਜਿਹੜਾ ਲੋਕਾਂ ਨੇ ਜਿਹਨੂੰ ਸਪੋਰਟ ਕੀਤਾ, ਉਹਨੂੰ ਲੀਡਰ ਬਣਾਇਆ। ਸੈਂਟਰਲ ਗਵਰਨਮੈਂਟ ਨੇ ਉਹਨੂੰ ਆਪਰੇਟ ਨਹੀਂ ਹੋਣ ਦਿੱਤਾ। ਆਪਰੇਟ ਇਸ ਲਈ ਨਹੀਂ ਹੋਣ ਦਿੱਤਾ, ਸਿੱਧੇ ਢੰਗ ਨਾਲ ਨਹੀਂ ਪਤਾ ਲੱਗਦਾ, ਮਗਰ ਉਹ ਅੱਗੇ ਹੀ ਉਹਨੂੰ ਵਧਣ ਦਿੰਦੇ ਆ ਜਿਹਦੇ ਸਾਰੀਆਂ ਗੱਲਾਂ ਉਹਨਾਂ ਦੇ ਕੰਟਰੋਲ ਵਿੱਚ ਹੁੰਦੀਆਂ। ਹੁਣ ਅੱਜ ਤੁਸੀਂ ਸਿਧਾਨਾ ਨੂੰ ਬਣਾ ਦਿਓ ਮਿਨਿਸਟਰ ਜਾਂ ਇਲੈਕਟ ਕਰ ਦਿਓ, ਉਹਦੇ ਜਿਹੜੇ ਕ੍ਰਿਮੀਨਲ ਕੇਸਿਸ ਹੈਗੇ ਉਹ ਝੱਟੇ ਸ਼ੁਰੂ ਕਰਕੇ ਜਦੋਂ ਮਰਜ਼ੀ ਉਹਨੂੰ ਆਪਣੇ ਹਿਸਾਬ ਨਾਲ ਚਲਾ ਲੈਣ। ਇਸੇ ਤਰ੍ਹਾਂ ਜਿਹੜਾ ਬੰਦਾ ਜ਼ਿਆਦਾ ਮਹੱਤਵਕਾਂਸ਼ੀ ਹੁੰਦਾ, ਐਂਬੀਸ਼ੀਅਸ ਹੁੰਦਾ, ਉਹਨੇ ਆਪਣੀ ਲਾਲਚ ਲਈ ਕੁਛ ਵੀ ਕਰਨ ਨੂੰ ਵੈਸੇ ਤਿਆਰ ਹੋ ਜਾਂਦਾ ਹੈ। ਅਤੇ ਜਿਹੜਾ ਪਾਸਟ ਹੀ ਇੱਦਾਂ ਦਾ ਹੋਵੇ,
ਉਹ ਤਾਂ ਤੁਸੀਂ ਸੋਚ ਹੀ ਸਕਦੇ ਹੋ ਕੋਈ ਤਿਆਰ ਹੀ ਹੁੰਦਾ। ਤਾਂ ਇੱਦਾਂ ਦੇ ਬੰਦੇ ਨੂੰ ਕੰਟਰੋਲ ਕਰਨਾ ਬਹੁਤ ਆਸਾਨ ਹੁੰਦਾ। ਲਾਲਚੀ ਬੰਦੇ ਨੂੰ, ਐਂਬੀਸ਼ੀਅਸ ਬੰਦੇ ਨੂੰ ਸੈਂਟਰਲ ਗਵਰਨਮੈਂਟ ਚਾਹੁੰਦੀ ਕਿ ਉਹੋ ਜਿਹਾ ਬੰਦਾ ਆਵੇ। ਕਿਤੇ ਇਮਾਨਦਾਰ ਬੰਦਾ ਜਿਹਨੂੰ ਕੋਈ ਲਾਲਚ ਨਾ ਹੋਵੇ ਉਹਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਸਰ ਬੜੀ ਅਹਿਮ ਚੀਜ਼ ਹੈ ਇਹ ਤੁਸੀਂ ਜਿਹੜੀ ਕਹੀ, ਕਿਉਂਕਿ ਇਹਦੇ ਬਾਰੇ ਲੋਕਾਂ ਨੂੰ ਜਾਣਨਾ ਪਵੇਗਾ, ਲੋਕਾਂ ਨੂੰ ਸਮਝਣਾ ਪਵੇਗਾ ਕਿ ਹੋ ਕੀ ਰਿਹਾ, ਕਿਉਂਕਿ ਇਹ ਸਟਰਕਚਰ ਸਮਝ ਨਹੀਂ ਆਉਂਦਾ ਆਮ ਤੌਰ 'ਤੇ ਲੋਕਾਂ ਨੂੰ, ਕਿਉਂਕਿ ਲੋਕ ਉੱਪਰਲੀ ਚੀਜ਼ ਦੇਖਦੇ ਨੇ ਜਿਹੜੀ ਉਹਨਾਂ ਨੂੰ ਦਿਖਾਈ ਜਾਂਦੀ ਆ। ਜਿਹੜੀ ਅੰਦਰਲੀ ਚੀਜ਼ ਆ, ਜਿਹੜੀ ਗੁੱਝੀ ਚੀਜ਼ ਆ, ਉਹ ਤੋਂ ਕੇਵਲ ਬਹੁਤ ਸਾਰੀ ਜਨਤਾ ਜਿਹੜੀ ਹੁੰਦੀ ਆ, ਕਿਉਂਕਿ ਉਹਨਾਂ ਤੋਂ ਇੰਨਾ ਸਮਾਂ ਨਹੀਂ ਹੁੰਦਾ ਕਿ ਉਹਨੂੰ ਸਮਝਿਆ ਜਾਵੇ। ਲੱਖਾ ਸਿਧਾਣਾ ਦਾ ਅਸੀਂ ਗੱਲ ਕਰ ਲਈਏ ਜਾਂ ਦੀਪ ਸਿੱਧੂ ਦੀ ਗੱਲ ਕਰ ਲਈਏ, ਦੀਪ ਸਿੱਧੂ ਦਾ ਮੋਰਚਾ ਅਲੱਗ ਚੱਲਦਾ ਹੈ। ਸ਼ੰਭੂ ਮੋਰਚੇ ਤੋਂ ਤੁਹਾਨੂੰ ਪਤਾ ਸਾਰੀਆਂ ਤਸਵੀਰਾਂ ਲਗਾਤਾਰ ਕਿਸ ਤਰੀਕੇ ਨਾਲ ਇੱਕ ਵੱਡੀ ਤਸਵੀਰ ਪੇਸ਼ ਕੀਤੀ ਗਈ। ਇਹ ਜਿਹੜਾ ਸ਼ੰਭੂ ਮੋਰਚਾ ਜਾਂ ਦੀਪ ਸਿੱਧੂ ਨੇ ਹੁਣ ਦੁਬਾਰਾ ਜੇਲ੍ਹ ਚੋਂ ਬਾਹਰ ਆਣ ਕੇ ਇਹ ਗੱਲ ਕਹੀ ਵੀ ਉੱਥੋਂ ਹੀ ਲੜਾਈ ਸ਼ੁਰੂ ਕਰਾਂਗੇ ਜਿੱਥੇ ਛੱਡ ਕੇ ਗਏ ਸੀ, ਇਹ ਸ਼ੰਭੂ ਮੋਰਚੇ ਦਾ ਫੈਕਟ ਜਿਹੜਾ ਇੰਟਰਨੈਸ਼ਨਲ ਲੈਵਲ 'ਤੇ ਕਿੱਦਾਂ ਜੁੜਦਾ ਹੈਗਾ, ਕਿਸ ਤਰੀਕੇ ਨਾਲ ਤਾਰਾਂ ਜੁੜਦੀਆਂ ਨੇ ਬਾਹਰ, ਜਾਂ ਕਿਸ ਤਰੀਕੇ ਨਾਲ ਕੇਂਦਰ ਦੇ ਵੱਲੋਂ ਕੰਟਰੋਲ ਕਰਨ ਦੀਆਂ ਉਹਦੇ ਵਿੱਚੋਂ ਕਨਸੋਹਾਂ ਮਿਲਦੀਆਂ ਨੇ ਸਾਨੂੰ? 7 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦਾ ਜਿਹੜਾ ਪ੍ਰੋਟੈਸਟ ਤਿੰਨੋਂ ਬਿੱਲਾਂ ਦੇ ਖਿਲਾਫ ਸ਼ੁਰੂ ਹੋ ਚੁੱਕਾ ਸੀ। ਪਹਿਲਾਂ ਉਹਨਾਂ ਨੇ ਸੜਕਾਂ ਰੋਕੀਆਂ, ਫਿਰ ਉਹਨਾਂ ਨੇ ਰੇਲਵੇ ਟਰੈਕ ਰੋਕੇ, ਫਿਰ ਉਹਨਾਂ ਨੇ ਪੰਜਾਬ ਬੰਦ ਦੀ ਕਾਲ ਦਿੱਤੀ 25 ਸਤੰਬਰ ਨੂੰ। 25 ਸਤੰਬਰ ਨੂੰ ਇਹ ਮੋਰਚਾ ਸ਼ੁਰੂ ਹੋਇਆ ਸ਼ੰਭੂ, ਜਿਹੜਾ ਕਿ ਸੰਦੀਪ ਸਿੱਧੂ ਜਾਂ ਦੀਪ ਸਿੱਧੂ ਕੰਟਰੋਲ ਕਰਨ ਲੱਗ ਪਿਆ। ਉਸ ਵੇਲੇ ਜਦੋਂ ਉੱਥੇ ਜੇ ਤੁਸੀਂ ਫੋਟੋਆਂ ਦੇਖੋ ਤਾਂ ਬੈਨਰ ਵੀ ਦੇਖੋ ਤਾਂ ਉੱਥੇ ਬੈਨਰ ਸੰਯੁਕਤ ਕਿਸਾਨ ਮੋਰਚਾ ਦੇ ਨਹੀਂ ਹੈ, ਉੱਥੇ ਬੈਨਰ ਹੈ ਵਾਰਿਸ ਪੰਜਾਬ ਦੇ .org। ਮੈਨੂੰ ਕਿਉਰਿਓਸਿਟੀ ਹੋਈ ਕਿ ਜੇ ਵਾਰਿਸ ਪੰਜਾਬ ਦੀ ਇਹ ਕਿਹੜੀ ਨਵੀਂ ਸੰਸਥਾ ਪੈਦਾ ਹੋ ਗਈ, ਜਾਂ ਇਹਦੀ ਆਪਣੀ ਬਣਾਈ ਗਈ ਹੈ, ਕਿਹੜੇ ਸ਼ਹਿਰ ਵਿੱਚ ਰਜਿਸਟਰਡ ਹੈ। ਅਤੇ ਹੈਰਾਨੀ ਹੋਈ ਕਿ ਜਿਹੜਾ ਵੈਬਸਾਈਟ ਵੀ ਹੈ, ਉਸ ਵੈਬਸਾਈਟ 'ਤੇ ਉਹਨਾਂ ਨੇ ਕਿਹਾ ਸਾਡੇ ਮੈਂਬਰ ਬਣੋ, ਉੱਥੇ ਟੈਲੀਫੋਨ ਨੰਬਰ ਦਿੱਤੇ ਹੈ। ਪੂਰਾ ਜਿਹੜਾ ਸੈਕਟਰੀਏਟ ਹੈ ਇਨਫੋਰਮੇਸ਼ਨ ਕਲੈਕਸ਼ਨ ਦਾ, ਉਹ ਨੰਬਰ ਹੈਗਾ USA ਦੇ। ਉਹ ਵੈਬਸਾਈਟ ਵੀ ਹਿੰਦੁਸਤਾਨ ਤੋਂ ਨਹੀਂ ਆਪਰੇਟ ਹੁੰਦਾ, ਚੱਲਦਾ। ਹੁਣ ਤੁਸੀਂ ਦੇਖੋ ਕਿ ਇੱਕ ਪ੍ਰੋਟੈਸਟ ਸ਼ੁਰੂ ਹੋਈ ਸ਼ੰਭੂ ਮੋਰਚੇ, ਜਿੱਥੇ ਕਿ ਜਿਹੜਾ ਸ਼ੁਰੂਆਤੀ ਰਜਿਸਟ੍ਰੇਸ਼ਨ ਅਤੇ ਸ਼ੁਰੂਆਤੀ ਨੰਬਰ ਹੀ ਬਾਹਰ ਹੈ, ਦੇਸ਼ ਤੋਂ ਬਾਹਰ ਹੈ। ਔਰ ਜਿਹੜਾ ਬੰਦਾ ਉਹ ਚਲਾ ਰਿਹਾ, ਜਿਹਦਾ ਨਾਮ ਆ ਰਿਹਾ, ਉਹ ਬੜਾ ਇੰਟੀਮੇਟਲੀ ਕਨੈਕਟਡ ਹੈ ਜਿਹੜੀ ਸਿੱਖ ਕਾਕਸ ਸਪੋਰਟ ਕਮੇਟੀ ਨਾਲ। ਡਾਕਟਰ ਪ੍ਰਿਤਪਾਲ, ਜਿਹੜੇ ਕਿ ਇਹ ਬੁੱਕ ਜਿਹੜੀ ਹੈਗੀ ਹੈ ਸਿੱਖ ਕਾਕਸ ਸੀਜ਼ ਇਨ ਦਿੱਲੀ ਐਂਡ ਸਰੈਂਡਰ ਇਨ ਵਾਸ਼ਿੰਗਟਨ, ਉਹ ਕਾਫੀ ਜਿਹੜੇ ਤੱਥ ਬਾਹਰ ਲਿਆਉਂਦੀ ਹੈ ਕਿ ਕਿਵੇਂ ਗਵਰਨਮੈਂਟ ਆਫ ਇੰਡੀਆ ਦੇ ਹਿੱਤ ਵਿੱਚ ਉਹ ਕੰਮ ਕਰ ਰਹੀ ਹੈ। ਹੁਣ ਜੇ ਇਹ ਤਾਰਾਂ ਸ਼ੰਭੂ ਮੋਰਚੇ ਦੀਆਂ ਇੰਨੀ ਦੂਰ ਤੱਕ ਜਾਂਦੀਆਂ ਤਾਂ ਤੁਸੀਂ ਸੋਚ ਸਕਦੇ ਹੋ ਕਿ ਕੌਣ ਇਹਨਾਂ ਨੂੰ ਕੰਟਰੋਲ ਕਰ ਰਿਹਾ। ਇਹ ਹਲੇ ਵੀ ਸ਼ੱਕ ਦੇ ਦਾਇਰੇ ਵਿੱਚ ਹੀ ਰਹਿਣਾ ਸੀ ਜੇ 26 ਜਨਵਰੀ ਦਾ ਉਜਾਗਰ ਨਾ ਹੋ ਜਾਂਦਾ। 26 ਜਨਵਰੀ ਤਾਂ ਇੰਨਾ ਸਪਸ਼ਟ ਹੋ ਗਿਆ ਕਿ ਹੁਣ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਹੈ। ਅਦਰਵਾਈਜ਼ ਇਹ ਚੀਜ਼ਾਂ ਬਲੋ ਅਪ ਨਹੀਂ ਕਰਦੀਆਂ। ਜਿਹੜਾ ਅੰਡਰ ਕਵਰ ਏਜੰਟ ਹੁੰਦੇ ਹੈ ਉਹ ਕਦੀ ਉਹਨਾਂ ਦਾ ਕਵਰ ਬਲੋ ਹੋ ਜਾਂਦਾ, ਉਹਨਾਂ ਦੀ ਸਾਰੀ ਸ਼ਕਤੀ ਖਤਮ ਹੋ ਜਾਂਦੀ ਹੈ। ਇਹਦਾ ਬਲੋ ਹੋ ਗਿਆ। ਹੁਣ ਤਾਂ ਡੈਮੇਜ ਕੰਟਰੋਲ ਹੈ। ਜਦੋਂ ਹੁਣ ਤਾਂ ਡੈਮੇਜ ਕੰਟਰੋਲ ਕਰ ਰਿਹਾ ਕਿ ਸ਼ਾਇਦ ਲੋਕ ਹਾਲੇ ਵੀ ਇਹ ਚੀਜ਼ਾਂ, ਇਹ ਤੱਤ ਨਜ਼ਰਅੰਦਾਜ਼ ਕਰ ਦੇਣ। ਮਗਰ ਇਹ ਹੁਣ ਕਾਫੀ ਸਪਸ਼ਟ ਹੋ ਜਾਂਦਾ ਹੈ ਕਿ ਜਦੋਂ ਦੋਨੋਂ ਪੰਜਾਬ ਦੀਆਂ ਮੇਜਰ ਪਾਰਟੀਆਂ, ਨੈਸ਼ਨਲ ਪਾਰਟੀ ਦੇ ਲੀਡਰਸ਼ਿਪ ਡਿਸਕ੍ਰੈਡਿਟ ਹੋ ਗਿਆ, ਲੋਕਾਂ ਨੇ ਉਹਨਾਂ ਦਾ ਸਾਥ ਛੱਡਤਾ, ਤਾਂ ਹੁਣ ਜਿਹੜੀ ਤੀਜੀ ਇਮਰਜਿੰਗ ਲੀਡਰਸ਼ਿਪ ਕ੍ਰੀਏਟ ਕਰ ਰਹੀ ਹੈ ਸੈਂਟਰਲ ਗਵਰਨਮੈਂਟ, ਉਹ ਇਹਨਾਂ ਦੋ ਬੰਦਿਆਂ ਦੇ ਥਰੂ ਕਰ ਰਹੀ ਹੈ। ਇਹ ਮੈਨੂੰ ਪੂਰਾ ਸ਼ੱਕ ਪੈ ਰਿਹਾ। ਬਾਕੀ ਫਿਊਚਰ ਦੱਸੇਗਾ ਕਿਵੇਂ ਹੋ ਰਿਹਾ। ਤਸਵੀਰਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਫ਼ ਹੋਣਗੀਆਂ ਕਿ ਸੱਚੀ ਚਾਹੁੰਦੇ ਨੇ ਜਾਂ ਇਹਨਾਂ ਨੂੰ ਜਿਹੜਾ ਪਲਾਂਟ ਕਰਨ ਦਾ ਤਰੀਕਾ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਰਹਿ ਗਈ ਤਾਂ ਉਹਨਾਂ ਨੂੰ ਆਪਣੇ ਇੱਕ ਹਿਸਾਬ ਨਾਲ ਸਾਈਡ ਲਾਈਨ ਕਰ ਦਿੱਤਾ ਜਾਂਦਾ। ਸਰ, ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ, ਹੁਣ ਦੀਪ ਸਿੱਧੂ ਦੀਆਂ ਹੁਣ ਦੀਆਂ ਕਾਰਵਾਈਆਂ ਦੀ ਅਸੀਂ ਜੇ ਗੱਲ ਕਰੀਏ ਤਾਂ ਹੁਣ ਜਿਹੜੇ ਸਿੱਖ ਲੀਡਰਸ ਨੇ ਉਹਨਾਂ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਹੋਇਆ। ਪਹਿਲਾਂ ਸਿਰਫ ਸੰਯੁਕਤ ਕਿਸਾਨ ਮੋਰਚੇ ਦੇ ਖਿਲਾਫ ਬੋਲਦੇ ਸੀਗੇ, ਹੁਣ ਢੱਡਰੀਆਂ ਵਾਲੇ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ, ਉਹ ਵੀ ਜਵਾਬ ਦੇ ਰਹੇ ਨੇ, ਪ੍ਰਤੀਰੋਪ ਲੱਗ ਰਹੇ ਨੇ। ਤਾਂ ਲੱਗਦਾ ਕਿ ਇੱਕ ਡਿਸਟਰਬੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸੂਬੇ ਦੇ ਅੰਦਰ, ਇੱਕ ਡਿਸਟਰਬੈਂਸ ਕ੍ਰੀਏਟ ਹੋਵੇ, ਵੋਟ ਜਿਹੜੀ ਪੋਲੀਟਿਕਸ ਆ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਵੋਟਾਂ ਨੂੰ ਡਿਵਾਈਡ ਕਰਨਾ, ਖਾਲਿਸਤਾਨ ਦੀ ਮੂਵਮੈਂਟ ਨੂੰ ਦੁਬਾਰਾ ਉਭਾਰਨ ਦੀ ਕੋਸ਼ਿਸ਼ ਕਰਨਾ, ਲੋਕਾਂ ਨੂੰ ਇੱਕ ਡਰਾਉਣਾ ਧਮਕਾਉਣਾ ਜਾਂ ਉੱਦਾਂ ਦਾ ਮਾਹੌਲ ਕ੍ਰੀਏਟ ਕਰਨਾ ਕਿ ਵੋਟ ਡਿਵਾਈਡ ਹੋ ਜਾਵੇ, ਕਿੱਧਰ ਨੂੰ ਵੋਟ ਜਾਵੇ। ਇਹ ਚੀਜ਼ਾਂ ਜ਼ਰੂਰ ਸਮਝਾ ਦਿਓ ਲੋਕਾਂ ਨੂੰ, ਕਿਉਂਕਿ ਇਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਇਸ ਵੇਲੇ, ਕਿਉਂਕਿ 2022 ਸਾਹਮਣੇ ਆ ਸਾਡੇ। ਦੇਖੋ, ਡਾਕਟਰ ਜਗਜੀਤ ਸਿੰਘ ਚੌਹਾਨ ਦੀ ਨਾ ਪਰਫੈਕਟ ਐਗਜ਼ਾਮਪਲ ਹੈ ਇਹ ਕਿੱਦਾਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਆਪਰੇਟ ਕਰਦੀਆਂ। ਡਾਕਟਰ ਜਗਜੀਤ ਸਿੰਘ ਚੌਹਾਨ ਦੀ ਉਮਰ ਮੇਰੇ ਪਿਤਾ ਜੀ ਦੀ ਸੀ, ਹੁਣ ਉਹ ਨਹੀਂ ਰਹੇ, ਅਤੇ ਇਸ ਕਰਕੇ ਮੈਨੂੰ ਬੜੀ ਇੰਟੀਮੇਟਲੀ ਪਤਾ ਹੈ ਉਹਨਾਂ ਦਾ ਪੋਲੀਟੀਕਲ ਕਰੀਅਰ, ਕਿਵੇਂ ਉਹ ਇੰਗਲੈਂਡ ਗਏ, ਕਿਵੇਂ ਉਹਨਾਂ ਨੇ ਪਹਿਲਾਂ ਨਾਅਰੇ ਤੇ ਸਿੱਖਿਸਤਾਨ ਦੇ, ਫਿਰ ਖਾਲਿਸਤਾਨ ਦੇ, ਫਿਰ ਟਰਾਂਸਮਿਟਲ ਇੰਸਟਾਲ ਕੀਤਾ, ਗੋਲਡਨ ਟੈਂਪਲ, ਪਾਸਪੋਰਟ ਬਣਾਏ ਖਾਲਿਸਤਾਨ ਦੇ, ਕਰੰਸੀ ਛਾਪੀ, ਔਰ ਸਾਰੀ ਉਮਰ ਉਹਨਾਂ ਨੇ ਇੱਦਾਂ ਹੀ ਮੈਨੇਜ ਕੀਤੀ। ਅਤੇ ਉਹਨਾਂ ਨੇ ਅਲਟੀਮੇਟਲੀ ਲਾਸਟ ਦਿਨਾਂ ਵਿੱਚ ਜਦੋਂ ਵਾਪਸ ਆਏ ਇੰਡੀਆ, ਉਹਨਾਂ ਨੂੰ ਕਿਸੇ ਨੇ ਅਰੈਸਟ ਨਹੀਂ ਕੀਤਾ,
ਉਹ ਆਰਾਮ ਨਾਲ ਆਪਣੇ ਪਿੰਡ ਗਏ। ਉੱਥੇ ਉਹਨਾਂ ਨੇ ਪਹਿਲੀ ਪ੍ਰੈਸ ਕਾਨਫਰੰਸ 'ਚ ਐਲਾਨਨਾਮਾ ਕੀਤਾ ਕਿ ਖਾਲਿਸਤਾਨ ਬਣੇਗਾ। ਫਿਰ ਵੀ ਉਹਨਾਂ ਨੂੰ ਕਿਸੇ ਨੇ ਅਰੈਸਟ ਨਹੀਂ ਕੀਤਾ ਅਤੇ ਉਹ ਆਪਣੇ ਆਖਰੀ ਦਿਨ ਆਪਣੇ ਪਿੰਡ ਵਿੱਚ ਆਰਾਮ ਨਾਲ ਲੈ ਕੇ ਗਏ। ਸੋ ਉਹ ਇਹ ਤਾਂ ਇਨਸੀਡੈਂਟਲੀ ਕਹਿ ਲਓ ਕਿ ਜੇ ਇੱਕ ਮੇਰਾ ਕਲਾਇੰਟ ਸੀ, ਜਦੋਂ ਮੈਂ ਕੇਸ ਕਰਤਾ ਉਹਨਾਂ ਨੇ ਕਨਫੈਸ ਕੀਤਾ ਕਿ ਮੈਂ ਲੈ ਕੇ ਆਇਆ ਸੀ ਉਹਨਾਂ ਨੂੰ। ਮੈਂ ਕਿਹਾ ਤੁਸੀਂ ਕਿਉਂ ਲੈ ਕੇ ਆਏ ਸੀ, ਤੁਸੀਂ ਉਹਨਾਂ ਦੇ ਰਿਸ਼ਤੇਦਾਰ ਲੱਗਦੇ ਹੋ? ਕਹਿੰਦਾ ਮੇਰੀ ਡਿਊਟੀ ਰਿਸਰਚ ਐਨਾਲਿਸਿਸ ਵਿੰਗ ਗਵਰਨਮੈਂਟ ਆਫ ਇੰਡੀਆ ਲਾਈ ਸੀ, ਮੈਂ ਕਦੀ ਕਦੀ ਉਹਨਾਂ ਦੀ ਮਦਦ ਕਰ ਦਿੰਦਾ ਹੈਗਾ। ਤੋ ਉਹਨਾਂ ਨੇ ਮੇਰੀ ਡਿਊਟੀ ਲਾਈ ਤਾਂ ਮੈਂ ਲੈ ਆਇਆ। ਉਹਨਾਂ ਨੇ ਕਿਹਾ ਸੀ ਜਿਹੜੇ ਵਕੀਲ ਨੂੰ ਮਿਲਣਾ ਮੈਂ ਮਿਲਾਤਾ ਅਤੇ ਉਹਨਾਂ ਨੂੰ ਅਸੀਂ ਛੱਡਿਆ। ਅਤੇ ਤੁਸੀਂ ਸੋਚੋ ਕਿ ਜਿਹੜਾ ਸਭ ਤੋਂ ਵੱਡਾ ਸਾਡਾ ਆਈਕਨ ਖਾਲਿਸਤਾਨ ਮੂਵਮੈਂਟ ਦਾ ਡਾਕਟਰ ਜਗਜੀਤ ਸਿੰਘ ਚੌਹਾਨ, ਜੇ ਉਹ ਇੰਨੇ ਜ਼ਿਆਦਾ ਕੰਟਰੋਲ ਸੀ ਗਵਰਨਮੈਂਟ ਆਫ ਇੰਡੀਆ ਦੇ, ਤਾਂ ਤੁਸੀਂ ਬਾਕੀ ਲੀਡਰਸ਼ਿਪ ਬਾਰੇ ਤਾਂ ਕੀ ਕਹਿਣਾ। ਇਹਦਾ ਮਤਲਬ ਹੈ ਕਿ ਜਿਹੜੀ ਖਾਲਿਸਤਾਨ ਮੂਵਮੈਂਟ ਹੈ ਇਹ ਬਹੁਤ ਜ਼ਿਆਦਾ ਇਨਫਿਲਟਰੇਟਡ ਹੈ। ਇਹ ਵਾਕਿਆ ਹੀ ਉਸੇ ਫਿਲਾਸਫੀ 'ਤੇ ਕੰਮ ਕਰਦੀ ਹੈ ਗਵਰਨਮੈਂਟ ਆਫ ਇੰਡੀਆ ਕਿ ਜਿਹੜੇ ਆਪਣੇ ਦੁਸ਼ਮਣ ਕ੍ਰੀਏਟ ਕਰੋ, ਜਿਹਦੀ ਲਗਾਮ ਤੁਹਾਡੇ ਕੋਲ ਹੋਵੇ, ਤਾਂ ਕਿ ਉਹਨਾਂ ਨੂੰ ਆਪਣੀ ਮਰਜ਼ੀ ਦੇ ਮੁਤਾਬਿਕ ਉਹਨਾਂ ਨੂੰ ਖਿਲਾਇਆ ਜਾ ਸਕੇ। ਉਹ ਬੇਸਿਕਲੀ ਕਠਪੁਤਲੀ ਬਣ ਕੇ ਇੱਕ ਪਾਸੇ ਤਾਂ ਲੋਕਾਂ ਨੂੰ ਸ਼ੋਰ ਮਚਾਉਣ, ਲੋਕਾਂ ਨੂੰ ਉਹੋ ਜਿਹੇ ਤੁਸੀਂ ਨਾਅਰੇ ਲਾਓ ਜਿਹਦੇ ਨਾਲ ਤੁਹਾਡੀ ਜਿਹੜੀ ਸੈਂਸੀਬਲ ਲੀਡਰਸ਼ਿਪ ਹੈ ਜਿਹੜੀ ਉਸ ਐਕਸਟਰੀਮ ਨਾਅਰੇ ਨਹੀਂ ਲਾ ਸਕਦੀ, ਕਿਉਂਕਿ ਉਹ ਤਾਂ ਓਨਾ ਹੀ ਬੋਲਦਾ ਜਿੰਨਾ ਕੰਮ ਕਰਨਾ ਹੈ। ਜਿਨ੍ਹਾਂ ਨੇ ਕੋਈ ਕੰਮ ਨਹੀਂ ਕਰਨਾ ਉਹ ਕੋਈ ਵੀ ਨਾਅਰਾ ਦੇ ਸਕਦਾ। ਜੇ ਮੈਂ ਵਾਕਈ ਖਾਲਿਸਤਾਨ ਬਣਾਉਣਾ ਤਾਂ ਮੈਂ ਨਾਅਰਾ ਨਹੀਂ ਦਊਂਗਾ। ਡੈਕਲੇਰੇਸ਼ਨ ਆਫ ਵਾਰ ਕਦੀ ਨਹੀਂ ਕਰਦਾ ਦੇਸ਼ ਜਿਹੜੇ ਬਣਾਉਣਾ ਚਾਹੁੰਦੇ ਨੇ। ਮੁਜੀਬੁਰ ਰਹਿਮਾਨ ਨੇ ਕਦੀ ਨਹੀਂ ਕਿਹਾ ਮੈਂ ਬੰਗਲਾਦੇਸ਼ ਬਣਾਉਣਾ ਸੀ। ਉਹ ਤਾਂ ਇਹ ਕਹਿੰਦੇ ਨੇ ਡੈਮੋਕ੍ਰੇਸੀ ਲਈ ਮੈਂ ਇਲੈਕਟਡ ਹੈ ਤਾਂ ਮੈਨੂੰ ਚੀਫ ਮਿਨਿਸਟਰ ਬਣਾਓ। ਇਸ ਕਰਕੇ ਜਿਹੜਾ ਬੰਦਾ ਸਿਰਫ ਡਿਕਲੇਅਰ ਹੀ ਕਰੇ ਔਰ ਕੰਮ ਨਾ ਕਰੇ ਕੁਛ, ਤਾਂ ਇਹਦਾ ਮਤਲਬ ਜਿਹੜਾ ਉਹਦਾ ਡੈਕਲੇਰੇਸ਼ਨ ਝੂਠਾ ਹੈ। ਅਦਰਵਾਈਜ਼ ਤੁਸੀਂ ਜਿੰਨਾ ਬੋਲੋਗੇ ਉਨਾ ਹੀ, ਜਿੰਨਾ ਕੰਮ ਕਰੋਗੇ ਉਨਾ ਹੀ ਬੋਲੋਗੇ। ਤਾਂ ਇਸ ਕਰਕੇ ਜਿਹੜੇ ਲੀਡਰਸ਼ਿਪ ਹੁਣ ਇਹਨਾਂ ਦੋਨਾਂ ਲੀਡਰਾਂ ਦਾ ਸਾਰੇ ਕਿਸਾਨ ਮੋਰਚੇ ਵਿੱਚ ਤੁਸੀਂ ਰੋਲ ਸਪਸ਼ਟ ਦੇਖ ਹੀ ਸਕਦੇ ਹੋ, ਕਿਉਂਕਿ ਪੰਜਾਬ ਅਤੇ ਹਰਿਆਣਾ ਵਿੱਚ ਹੁਣ ਉਸ ਲੀਡਰ ਦੀ ਬੁਕਤ ਹੋਣੀ ਹੈ ਜਿਨ੍ਹਾਂ ਨੇ ਕਿਸਾਨੀ ਅੰਦੋਲਨ 'ਚ ਹਿੱਸਾ ਲਿਆ, ਜਿਨ੍ਹਾਂ ਦੇ ਵਿੱਚ ਕਿਸਾਨਾਂ ਦਾ ਆਪਣਾ ਯਕੀਨ ਵੱਧੇਗਾ। ਇਹ ਜਾਣਦੇ ਹੋਏ ਹੁਣ ਨਵਾਂ ਹੀ ਲੀਡਰਸ਼ਿਪ ਕ੍ਰੀਏਟ ਕਰਨ ਦਾ ਇੱਕ ਸਿੱਧਾ ਅਟੈਂਪਟ ਸ਼ੁਰੂ ਹੋ ਗਿਆ। ਔਰ ਇਹਦੀ ਜਿਹੜੀ ਇਹ ਅਟੈਂਪਟ ਦੀ ਜਿਹੜੀ ਕੋਸ਼ਿਸ਼ ਕੌਣ ਕਰ ਰਿਹਾ ਇਹਦੀਆਂ ਤਾਰਾਂ ਸਿੱਧੀਆਂ ਹੋਮ ਮਿਨਿਸਟਰੀ ਨਾਲ ਜੁੜਦੀਆਂ। ਤਾਂ ਇਸ ਕਰਕੇ ਸਾਨੂੰ ਨਵੇਂ ਜਿਨ੍ਹਾਂ ਦੀ ਬੈਕਗਰਾਊਂਡ ਹੋਵੇ ਡੂਬੀਅਸ, ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ। ਤੁਹਾਡੇ ਸਾਹਮਣੇ ਸਪਸ਼ਟ ਕਿਸਾਨ ਲੀਡਰਸ਼ਿਪ ਹੈ ਜਿਹਦਾ ਪੂਰਾ ਤੁਸੀਂ ਜ਼ਿੰਦਗੀ ਦੇਖ ਲਓ, ਕਿਸੇ ਵੀ ਲੀਡਰ ਲੈ ਦਿਓ, ਡਾਕਟਰ ਦਰਸ਼ਨਪਾਲ ਦੇਖ ਲਓ, ਜਗਮੋਹਨ ਦੇ ਦੇਖ ਲਓ, ਰੁਲਦਾ ਸਿੰਘ ਦੇਖ ਦਿਓ, ਫੂਲ ਨੂੰ ਆਪ ਪੁਲਿਸ ਨੇ ਟਾਰਚਰ ਕੀਤਾ। ਤੁਸੀਂ ਕੋਈ ਵੀ ਲੀਡਰ ਚੁੱਕ ਲਓ, ਉਹਨਾਂ ਦੀ ਲਾਈਫ ਦੇਖੋ, ਚਾਦੋਨੀ ਸਾਹਿਬ ਦੇਖ ਲਓ, ਕਿਸੇ ਵੀ ਦੇਖ ਲਓ, ਰਾਕੇਸ਼ ਡਕੈਤ ਦੀ ਦੇਖ ਲਓ, ਉਹਨਾਂ ਵਿੱਚ ਇੱਕ ਸਪਸ਼ਟਤਾ ਹੈ, ਇੱਕ ਇਮਾਨਦਾਰੀ ਹੈ, ਇੱਕ ਹਾਰਡ ਵਰਕ ਹੈ, ਕੰਮ ਕੀਤਾ ਉਹਨਾਂ ਨੇ। ਉਹ ਕੋਈ ਵਾਕਈ ਬੈਠ ਕੇ ਮੁੱਖ ਦੇ ਖਾਣ ਵਾਲੇ ਲੀਡਰ ਨਹੀਂ ਨੇ। ਉਹਨਾਂ ਨੇ ਛੋਟੇ ਛੋਟੇ ਸੰਘਰਸ਼ ਕੀਤੇ ਆ, ਪਿੰਡ ਪਿੰਡ ਵਿੱਚ ਕਿਸਾਨਾਂ ਦੀ ਜਿਹੜੀ ਜ਼ਮੀਨਾਂ ਕੁਰਕ ਹੁੰਦੇ ਸੀ ਉਹਨਾਂ ਨੂੰ ਰੋਕਿਆ। ਇਹ ਲੀਡਰਸ਼ਿਪ 'ਤੇ ਜੇ ਤੁਸੀਂ ਯਕੀਨ ਕਰੋਗੇ ਤਾਂ ਤੁਹਾਡੇ ਆਪਣੇ ਇਲਾਕੇ ਦਾ, ਪਿੰਡ ਦਾ, ਦੇਸ਼ ਦਾ, ਸ਼ਹਿਰ ਦਾ ਕੁਝ ਬਣੇਗਾ। ਜੇ ਤੁਸੀਂ ਇੱਦਾਂ ਦੇ ਟਪੂਸਿਆਂ ਮਨ ਵਾਲੇ ਜਿਹੜੇ ਸਡਨਲੀ ਸੀਟ 'ਤੇ ਆ ਜਾਂਦੇ ਨੇ, ਉਸ ਲੀਡਰਸ਼ਿਪ 'ਤੇ ਯਕੀਨ ਕਰੇਗਾ ਤਾਂ ਫਿਰ ਰਿਜ਼ਲਟ ਉਹੀ ਹੋਏਗਾ। ਪਰ ਸਰ, ਜਿਸ ਤਰੀਕੇ ਨਾਲ ਦੀਪ ਸਿੱਧੂ ਦੇ ਤੁਸੀਂ ਕੇਸ ਦੀ ਵੀ ਗੱਲ ਕੀਤੀ, ਜਾਂ ਹੋਰ ਵੀ ਉਹਨਾਂ ਦੇ ਜਿਹੜਾ ਹਾਲੇ ਤੱਕ ਦਾ ਸਫ਼ਰ ਰਿਹਾ ਉਹਨੂੰ ਤੁਸੀਂ ਉਭਾਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕਿਸ ਤਰੀਕੇ ਨਾਲ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੈਗਾ, ਪਰ ਦੀਪ ਸਿੱਧੂ ਦਾ ਸਿੱਧੇ ਤੌਰ 'ਤੇ ਅਸੀਂ ਮੰਨਦੇ ਹਾਂ ਕਿ ਜਥੇਬੰਦੀਆਂ ਨੇ ਵੀ ਕਿਨਾਰਾ ਕੀਤਾ ਹੋਇਆ ਕਿ ਦੀਪ ਸਿੱਧੂ ਸਾਡਾ ਹਿੱਸਾ ਨਹੀਂ ਹੈਗਾ, ਪਰ ਲੱਖੇ ਸਿਧਾਣੇ 'ਤੇ ਜਥੇਬੰਦੀਆਂ ਯਕੀਨ ਕਰ ਰਹੀਆਂ ਨੇ ਕਿ ਉਹ ਯਕੀਨ ਦਾ ਕਾਰਨ ਕੀ ਮੰਨਦੇ ਹੋ ਫਿਰ ਤੁਸੀਂ ਵੀ? ਲੱਖੇ ਸਿਧਾਣੇ ਦਾ ਤਸਵੀਰ ਅਤੇ ਦੀਪ ਸਿੱਧੂ ਦੀ ਤਸਵੀਰ ਤੁਸੀਂ ਕਹਿੰਦੇ ਵੀ ਇੱਕੋ ਜਿਹੀ ਹੈਗੀ ਇਸ ਵੇਲੇ, ਪਰ ਜਥੇਬੰਦੀਆਂ ਜੇ ਲੱਖੇ 'ਤੇ ਇਤਬਾਰ ਕਰ ਰਹੀਆਂ ਨੇ ਤਾਂ ਉਹਦੇ ਪਿੱਛੇ ਕਾਰਨ ਕੀ ਮੰਨਦੇ ਹੋ? ਨਹੀਂ, ਹਾਲੇ ਕਿਉਂਕਿ ਇਤਬਾਰ ਤਾਂ ਕਰਨਾ ਚਾਹੀਦਾ ਹਰ ਬੰਦੇ 'ਤੇ। ਜਥੇਬੰਦੀਆਂ ਤਾਂ ਦੀਪ ਸਿੱਧੂ 'ਤੇ ਪੂਰਾ ਯਕੀਨ ਕੀਤਾ ਜਦ ਤੱਕ ਉਹਨਾਂ ਨੇ ਆਪ ਹੀ ਹਾਲਾਤਾਂ 'ਚ ਸਾਬਤ ਨਹੀਂ ਕਰਤਾ। ਸੋ ਯਕੀਨ ਤਾਂ ਕਰਨਾ ਚਾਹੀਦਾ, ਕਿਉਂਕਿ ਇਸ ਵੇਲੇ ਸਾਨੂੰ ਹਰ ਬੰਦੇ ਦੀ ਲੋੜ ਹੈ। ਸੰਯੁਕਤ ਕਿਸਾਨ ਮੋਰਚਾ ਐਡਾ ਵੱਡਾ ਅੰਦੋਲਨ ਹੈ ਕਿ ਇਹਦੇ ਵਿੱਚ ਕਿਸੇ ਨੂੰ ਵੀ ਨਾ ਨਹੀਂ ਕੀਤੀ ਜਾ ਸਕਦੀ। ਹਰ ਬੰਦੇ ਨੂੰ ਬੁਲਾਉਂਦੇ ਆ, ਸੋ ਬੁਲਾਉਂਦੇ ਆ, ਔਰ ਹਰ ਬੰਦੇ ਨੂੰ ਪਾਰਟੀਸਪੇਟ ਕਰਾਉਂਦੇ ਆ। ਮੈਂ ਤਾਂ ਜ਼ਿਆਦਾ ਜਿਹੜੀ ਇਮਰਜਿੰਗ ਪਾਵਰ ਸਟਰਗਲ ਹੋਣੀ ਹੈ ਪੰਜਾਬ ਵਿੱਚ ਅਗਲੀਆਂ ਇਲੈਕਸ਼ਨਾਂ ਵਿੱਚ, ਜਿਹੜੇ ਲੋਕਾਂ ਨੂੰ ਅਸੀਂ ਯਕੀਨ ਕਰਕੇ ਉਹਨਾਂ ਨੂੰ ਸੱਤਾ ਦੇਣੀ ਹੈ, ਉਹ ਮੈਨੂੰ ਜ਼ਿਆਦਾ ਫਿਕਰ ਹੈ। ਕਿਉਂਕਿ ਅੰਦੋਲਨ ਦੇ ਵਿੱਚ ਤਾਂ ਇਹ ਲੋਕ ਆਪਣੇ ਆਪ ਹੀ ਉਹੀ ਜਿਹੜਾ ਬੰਦਾ ਸੈਕਰੀਫਾਈਸ ਕਰਦਾ, ਜਿਹੜਾ ਕੋਈ ਦੇਣ ਜੋਗਾ ਹੁੰਦਾ ਉਹੀ ਜਾਂਦਾ ਹੈ। ਮਗਰ ਜਦੋਂ ਅੰਦੋਲਨ ਸਰਕਾਰ ਵੱਲ ਸ਼ਿਫਟ ਕਰਦਾ ਹੈ ਜਾਂ ਸਰਕਾਰ ਦੀ ਫੇਮ ਵਿੱਚ ਆਉਂਦਾ, ਕਿਉਂਕਿ ਅਲਟੀਮੇਟਲੀ ਲੋਕ ਉਹਨਾਂ ਲੀਡਰ ਨੂੰ ਇਲੈਕਟ ਕਰਨਗੇ ਜਿਨ੍ਹਾਂ ਵਿੱਚ ਉਹਨਾਂ ਨੂੰ ਵਿਸ਼ਵਾਸ ਹੈ, ਜਿਨ੍ਹਾਂ ਨੇ ਵਾਕਿਆ ਉਹਨਾਂ ਲਈ ਕੰਮ ਕੀਤਾ। ਅੰਦੋਲਨ ਬਹੁਤ ਵੱਡੀ ਕ੍ਰਾਂਤੀਕਾਰੀ ਚੀਜ਼ ਹੁੰਦੀ ਹੈ ਜਿਹਦੇ 'ਚ ਨਵੀਂ ਲੀਡਰਸ਼ਿਪ ਇਮਰਜ ਹੁੰਦੀ ਹੈ। JP ਮੂਵਮੈਂਟ ਤੋਂ ਜਿਹੜੀ ਇਮਰਜ ਹੋਈ ਸੀ ਲੀਡਰਸ਼ਿਪ, ਉਹਨਾਂ ਨੇ ਕਈ ਸਾਲ ਸਟੇਟ ਵਿੱਚ ਰਾਜ ਕੀਤਾ, ਅਤੇ ਇਸ ਤਰ੍ਹਾਂ ਇਸ ਅੰਦੋਲਨ ਤੋਂ ਨਵੀਂ ਪੋਲੀਟੀਕਲ ਲੀਡਰਸ਼ਿਪ ਇਮਰਜ ਹੋਣੀ ਹੈ। ਉਸ ਇਮਰਜਿੰਗ ਲੀਡਰਸ਼ਿਪ ਨੂੰ ਆਪਾਂ ਕਿਹੜੀ ਲੀਡਰਸ਼ਿਪ ਚਾਹੁੰਦੇ ਹਾਂ ਜਿਹੜੇ ਲੋਕਾਂ ਦੇ ਹੱਕ ਵਿੱਚ ਗੱਲ ਕਰੇ, ਉਹਦੇ ਬਾਰੇ ਸਾਨੂੰ ਸੁਚੇਤ ਹੋਣਾ ਪਏਗਾ ਨਾ। ਤੁਸੀਂ ਬਲਾਈਂਡਲੀ ਤਾਂ ਨਹੀਂ ਕਿਸੇ ਨੂੰ ਐਕਸੈਪਟ ਕਰ ਸਕਦੇ। ਉਹ ਸੁਚੇਤ ਹੋਣ ਦਾ ਇਹ ਪ੍ਰਕਿਰਿਆ ਹੈ ਕਿ ਹਰ ਲੀਡਰ ਦੀ ਖੋਜ ਵਿੱਚ ਕੀਤੀ ਜਾਵੇ, ਉਹਨਾਂ ਦੇ ਪਾਸ ਦੇਖੇ ਜਾਣ, ਉਹਨਾਂ ਦਾ ਕੰਡਕਟ ਦੇਖਿਆ ਜਾਵੇ, ਉਹਨਾਂ ਦੇ ਕਿੰਨੇ ਕੁ ਮਹੱਤਵਕਾਂਸ਼ੀ ਹੈ, ਕਿੰਨਾ ਕੁ ਪਿਆਰ ਕਰਦੇ, ਕਿਹੋ ਜਿਹੇ ਬੰਦੇ ਨੇ।
ਸੋ ਇਸ ਕੰਟੈਕਸਟ ਵਿੱਚ ਜੇ ਤੁਸੀਂ ਇਹ ਦੇਖੋ ਕਿ ਜਿਹੜੀ ਛੋਟੀ ਠੱਗੀ ਹੈ ਨਾ ਉਹ ਬਹੁਤ ਖਤਰਨਾਕ ਹੁੰਦੀ ਹੈ। ਤੁਹਾਨੂੰ ਇੰਟਰਨਲ ਕਰੈਕਟਰ ਦੀ ਗੱਲ ਕਰ ਰਹੇ ਆਪਾਂ ਪੋਲੀਟੀਕਲ ਲੀਡਰਸ਼ਿਪ ਤੇ ਪੁਲਿਸ ਕੇਸ ਪਾਉਂਦੇ ਦੇਖੇ ਹੈ, ਝੂਠੇ ਕੇਸ ਪਾਉਂਦੇ ਦੇਖੇ ਹੈ, ਮਰਡਰ ਕੇਸ ਪਾਉਂਦੇ ਦੇਖੇ ਹੈ, ਮਗਰ ਇਹ ਕੋਈ ਪੁਲਿਸ ਕਰਕੇ ਕੇਸ ਨਹੀਂ ਬਣੇ। ਇਹ ਤੁਸੀਂ ਆਪਣੀ ਟੀਮ ਨਾਲ ਹੀ ਠੱਗੀ ਕਰ ਰਹੇ ਹੋ, ਆਪਣੇ ਫਿਲਮ ਯੂਨਿਟ ਦੇ ਵਾਲੇ ਬੰਦੇ ਨਾਲ ਝੂਠ ਬੋਲ ਰਹੇ ਹੋ, ਆਪਣੇ ਜਿਹੜੇ ਲੇਡੀ ਨਾਲ ਤੁਸੀਂ ਹੀਰੋਇਨ ਬਣਾਉਣਾ ਸੀ ਉਹਦੇ ਨਾਲ ਝੂਠ ਬੋਲ ਰਹੇ ਹੋ। ਜੋ ਬੰਦਾ ਇੰਨੇ ਛੋਟੇ ਲੈਵਲ ਤੇ ਝੂਠ ਬੋਲ ਸਕਦਾ ਹੈ ਉਹ ਵੱਡੇ ਲੈਵਲ ਤੇ ਕੀ ਕਰੇਗਾ? ਜਿਹੜਾ ਛੋਟੇ ਲੈਵਲ ਤੇ ਠੱਗੀ ਮਾਰ ਸਕਦਾ ਜਦੋਂ ਕਿ ਇੰਨੀ ਵੱਡੀ ਲੋੜ ਨਹੀਂ ਹੈ, ਉਹ ਵੱਡੇ ਲੈਵਲ ਤੇ ਪੋਲੀਟੀਕਲ ਪਲੇਟਫਾਰਮ ਤੇ ਆ ਕੇ ਕੀ ਕਰੇਗਾ? ਮੈਨੂੰ ਤਾਂ ਇਹਦਾ ਜ਼ਿਆਦਾ ਫਿਕਰ ਹੈ। ਛੋਟਾ ਝੂਠ ਬੋਲਣਾ ਬਹੁਤ ਵੱਡਾ ਅਵਗੁਣ ਹੁੰਦਾ ਹੈ ਆਮ ਬੰਦੇ ਵਿੱਚ ਵੀ, ਬਟ ਵੱਡੇ ਬੰਦੇ ਵੀ ਤਾਂ ਬਹੁਤ ਮਲਟੀਪਲਾਈ ਕਰ ਜਾਂਦਾ ਜਦੋਂ ਕੋਈ ਪਾਵਰ ਆਉਂਦੀ। ਇਹ ਤਾਂ ਫਿਰ ਉਹੀ ਗੱਲ ਹੋ ਗਈ ਕਿ ਬਚਪਨ ਦੇ ਵਿੱਚ ਜੇ ਬੱਚਾ 10 ਰੁਪਏ ਦੀ ਚੋਰੀ ਕਰਦਾ ਹੈ ਤਾਂ ਵੱਡਾ ਹੋ ਕੇ ਉਸ ਹਿਸਾਬ ਨਾਲ ਦੇਖੇਗਾ ਕਿ ਮੇਰੀ ਹੁਣ ਜ਼ਰੂਰਤ ਕਿੰਨੀ ਹੈ, ਉਸ ਹਿਸਾਬ ਨਾਲ ਚੋਰੀ ਕੀਤੀ ਜਾਵੇ। ਅਤੇ ਉਹੀ ਵਾਲੀ ਗੱਲ ਹੈ ਕਿ ਜੇ ਜਿੰਨੀ ਪਾਵਰ ਤੁਹਾਡੇ ਕੋਲ ਹੈਗੀ ਇਸ ਵੇਲੇ ਤੁਸੀਂ ਉਸ ਹਿਸਾਬ ਦੇ ਨਾਲ ਜ਼ੁਲਮ ਕਰ ਰਹੇ ਹੋ ਇੱਕ ਹਿਸਾਬ ਦੇ ਨਾਲ, ਅਤੇ ਜਦੋਂ ਤੁਹਾਡੇ ਹੱਥ ਪਾਵਰ ਜ਼ਿਆਦਾ ਆ ਗਈ ਤਾਂ ਜ਼ੁਲਮ ਵੀ ਉਸ ਹਿਸਾਬ ਦੇ ਨਾਲ ਵੱਧ ਜਾਵੇਗਾ। ਇਹ ਜਿਹੜਾ ਕੇਸ ਸਰ ਚੱਲ ਰਿਹਾ ਹੈ ਇਹਦੀ ਕੋਈ ਤਰੀਕ ਪਈ ਹੈ ਹੁਣ ਜਾਂ ਕੀ ਸਿਸਟਮ ਹੈਗਾ ਇਹਦਾ? ਇਹ ਤਰੀਕ ਤਾਂ ਮੈਨੂੰ ਯਾਦ ਨਹੀਂ, ਬਟ ਉਹ ਲਾਇਰ ਨੂੰ ਮਿਸਟਰ ਈਸਨ ਨੂੰ ਪਤਾ ਹੈਗਾ ਉਹ। ਤੇ ਮਗਰ ਮੈਨੂੰ ਐਗਜ਼ਾਮਪਲ ਯਾਦ ਹੈ ਅਜੀਤ ਸਿੰਘ ਸੰਧੂ ਦੀ, ਉਹ ASI ਬਣਿਆ ਸੀ। ਅਜੀਤ ਸਿੰਘ ਸੰਧੂ ਉਹ ਜ਼ਾਲਮ ਪੁਲਿਸ ਅਫਸਰ ਜਿਹਨੇ ਅਲਟੀਮੇਟਲੀ ਸੁਸਾਈਡ ਕੀਤਾ ਸੀ, ਜਿਹਨੇ ਜਸਵੰਤ ਸਿੰਘ ਖਾਲੜਾ ਨੂੰ ਵੀ ਚੁੱਕ ਕੇ ਮਾਰਿਆ ਸੀ, ਉਹਨੇ ਹੋਰ ਬੜੇ ਕੇਸ ਕੀਤੇ ਨੇ। ਉਹ ਜਦੋਂ ASI ਸੀ ਨਾ, ਜਦੋਂ ASI ਭਰਤੀ ਹੋਇਆ ਉਹਨੇ ਉਸੇ ਦੌਰਾਨ ਇੱਕ ਅਫਸਰ ਨੂੰ ਕੁੱਟਤਾ ਸੀ, ਕੇਸ ਚੱਲਿਆ, ਉਹ ਕੇਸ ਪਹੁੰਚਿਆ ਹਾਈ ਕੋਰਟ ਵਿੱਚ। ਹਾਈ ਕੋਰਟ ਨੇ ਉਹਨੂੰ ਤਰਸ ਖਾ ਕੇ ਛੱਡਤਾ ਕਿ ਯੰਗ ਆਫਿਸਰ ਹੈ, ਗੁੱਸਾ ਖਾ ਲਿੱਤਾ ਸੀ, ਇਸ ਕਰਕੇ ਇਹਨੂੰ ਡਿਸਮਿਸ ਕਿਉਂ ਕਰਾਈ, ਇਹਨੂੰ ਉਹਨਾਂ ਨੇ ਕੁਇਟ ਕਰਤਾ। ਉਸ ਦਾ ਫਾਇਦਾ ਉਠਾਉਂਦੇ ਹੋ ਐਡਾ ਵੱਡਾ ਖੁੰਖਾਰ ਅਫਸਰ ਬਣਿਆ। ਤਾਂ ਕਈ ਵਾਰੀ ਸ਼ੁਰੂਆਤ ਵਿੱਚ ਸਿਗਨਲ ਮਿਲਦੇ ਨੇ, ਵਾਰਨਿੰਗਾਂ ਮਿਲਦੀਆਂ, ਇਸ ਕਰਕੇ ਉਸ 'ਤੇ ਐਕਟ ਕਰ ਲੈਂਦੇ। ਉਸ ਵੇਲੇ ਹਾਈ ਕੋਰਟ, ਕਿਉਂਕਿ ਮੈਂ ਉਹ ਜੱਜ ਸਾਹਿਬ ਨੂੰ ਮਿਲਿਆ ਜਿਨ੍ਹਾਂ ਨੇ ਉਹਨਾਂ ਨੂੰ ਬਰੀ ਕੀਤਾ ਸੀ, ਉਹ ਮੇਰੇ ਪਿਤਾ ਜੀ ਸੀ। ਕਹਿੰਦੇ ਅਸੀਂ ਤਾਂ ਤਰਸ ਖਾਦਾ ਸੀ ਕਿ ਯੰਗ ਆਫਿਸਰ ਹੈ, ਯੰਗ ਮੁੰਡਾ ਹੈਗਾ, ਚਲੋ ਗੁੱਸਾ ਖਾ ਲਿਆ ਤਾਂ ਹੀ ਵਿਲ ਦੁਨੀਆ ਦਾ, ਇਸ ਕਰਕੇ ਉਹਦਾ ਕਰੀਅਰ ਸ਼ੁਰੂਆਤ ਵਿੱਚ ਆਪਾਂ ਕਿਉਂ ਡਾਊਟ ਕਰੀਏ ਕਿ ਇੱਦਾਂ ਹੀ ਕਰੇਗਾ। ਮਗਰ ਉਹ ਵਾਕਈ ਕਹਿੰਦੇ ਬਾਅਦ 'ਚੋਂ ਜਿੰਦੇ ਇਹ ਹਲੇ ਵੀ ਉਹ ਕਹਿੰਦੇ ਕਿ ਮੇਰੀ ਗਲਤੀ ਹੋ ਗਈ, ਕਿਉਂਕਿ ਜੇ ਉਹਦੀ ਸਜ਼ਾ ਹੁੰਦੀ, ਡਿਸਮਿਸ ਹੁੰਦਾ ਤਾਂ ਘੱਟੋ ਘੱਟ ਆਪਣਾ ਕੋਈ ਹੋਰ ਖੇਤੀ ਕਰਦਾ ਤਾਂ ਇੰਨਾ ਜ਼ੁਲਮ ਨਹੀਂ ਸੀ ਉਹਨੇ ਢਾਉਣਾ ਪੰਜਾਬ 'ਤੇ ਜਿੰਨਾ ਸਾਡੇ ਤਰਸ ਨੇ ਅਨਰਥ ਕੀਤਾ। ਤਾਂ ਲੱਗਦਾ ਕਿ ਇਸ ਵੇਲੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ, ਲੋਕਾਂ ਨੂੰ ਆਪਣੇ ਤੌਰ 'ਤੇ ਵੀ ਪੜਚੋਲ ਕਰਨੀ ਚਾਹੀਦੀ ਹੈ ਕਿ ਜਿਹਨੂੰ ਅਸੀਂ ਆਗੂ ਆਪਣਾ ਬਣਾਉਣ ਲੱਗੇ ਹਾਂ ਉਹਦੇ ਬਾਰੇ ਸਾਨੂੰ ਆਪ ਹੀ ਪੜਚੋਲ ਕਰ ਲਈਏ, ਕਿਉਂਕਿ ਇੰਨੀਆਂ ਜਿਹੜੀਆਂ ਗੰਭੀਰ ਚੀਜ਼ਾਂ ਨੇ ਉਹਨਾਂ ਤੱਕ ਨਹੀਂ ਪਹੁੰਚਦੀਆਂ। ਅਤੇ ਸਾਡਾ ਤੁਹਾਡੇ ਤੱਕ ਮਕਸਦ ਪਹੁੰਚਣ ਦਾ ਹੀ ਹੁੰਦਾ ਕਿ ਲੋਕਾਂ ਨੂੰ ਪਤਾ ਹੋਵੇ ਕਿ ਅਸੀਂ ਲੀਡਰ ਕਿਹਨੂੰ ਚੁਣਨਾ ਹੈਗਾ। ਬਿਲਕੁਲ ਬਿਲਕੁਲ, ਮੇਰੇ ਸਾਹਮਣੇ ਤਾਂ ਹਰ ਬੰਦੇ ਨੂੰ ਹੁਣ ਸਾਡੇ ਕੋਲ ਇੰਨੇ ਸਾਧਨ ਹੈ ਪਤਾ ਕਰਨ ਦੇ, ਛੋਟੀ ਜਿਹੀ ਮਿਹਨਤ ਕਰਨਾ ਤੁਹਾਨੂੰ ਪਤਾ ਲੱਗ ਜਾਂਦਾ ਹੈ। ਘੱਟੋ ਘੱਟ ਆਪਾਂ ਗੱਲਾਂ 'ਤੇ ਨਾ ਜਾਈਏ, ਨਾਅਰਿਆਂ 'ਤੇ ਨਾ ਜਾਈਏ, ਉਹਦੇ ਕਰੈਕਟਰ 'ਤੇ ਜਾਈਏ, ਉਹਦੀ ਜ਼ਿੰਦਗੀ 'ਤੇ ਜਾਈਏ। ਉਹ ਕਿੰਨਾ ਇਮਾਨਦਾਰੀ ਨਾਲ ਆਪਣੀ ਰੋਟੀ ਕਮਾਉਂਦਾ ਹੈ, ਕਿੰਨਾ ਉਹਦੇ ਆਲੇ ਦੁਆਲੇ ਦੇ ਲੋਕ ਉਹਦੇ ਬਾਰੇ ਜਾਣਦੇ ਨੇ, ਆਲੇ ਦੁਆਲੇ ਦੇ ਲੋਕ ਤਕਰੀਬਨ ਸਭ ਕੁਝ ਜਾਣਦੇ ਹੁੰਦੇ। ਉਹਨਾਂ ਹਿਸਾਬ ਨਾਲ ਆਪਾਂ ਕਿਸੇ ਨੂੰ ਆਪਣਾ ਲੀਡਰ ਮੰਨੀਏ, ਨਾ ਕਿ ਕਿੰਨਾ ਸੋਹਣਾ ਬੋਲਦਾ ਹੈ ਜਾਂ ਅਮਿਤਾਭ ਬੱਚਨ ਨੂੰ ਮੰਨ ਲਈਏ ਜਾਂ ਕਿਸੇ ਹੋਰ ਸਨੀ ਦਿਓਲ ਨੂੰ ਮੰਨ ਲਈਏ ਜਿਹੜੇ ਕਿ ਐਕਟਿੰਗ ਵਿੱਚ ਵਿਸ਼ਵਾਸ ਕਰਦੇ ਨੇ। ਰਿਐਲਿਟੀ ਦੇ 'ਚ ਉਹਨਾਂ ਦਾ ਕਰੈਕਟਰ ਉਸ ਪੱਖ 'ਤੇ ਕਦੇ ਨਹੀਂ ਉਹਨਾਂ ਉੱਚਾ ਪਹੁੰਚਦਾ। ਮੈਨੂੰ ਸਰ ਤੁਹਾਡੀ ਗੱਲ ਤੋਂ ਇੱਕ ਗੱਲ ਯਾਦ ਆ ਗਈ, ਇੱਕ ਬੜੇ ਸਿਆਣੇ ਵਿਅਕਤੀ ਨੇ ਕਿਹਾ ਸੀਗਾ ਕਿ ਰੁੱਖ ਅਤੇ ਮਨੁੱਖ ਦਾ ਜਿਹੜਾ ਕਰੈਕਟਰ ਹੈਗਾ ਉਹ ਆਪਸ ਦੇ ਵਿੱਚ ਸਿਮਿਲਰ ਨਹੀਂ ਹੈਗਾ, ਕਿਉਂਕਿ ਜਦੋਂ ਅਸੀਂ ਵੱਡੇ ਰੁੱਖਾਂ ਤੋਂ ਦੂਰੋਂ ਦੇਖਦੇ ਹਾਂ ਉਹਨਾਂ ਨੂੰ, ਉਹ ਬੜੇ ਸਾਨੂੰ ਛੋਟੇ ਲੱਗਦੇ ਨੇ। ਜਿਵੇਂ ਜਿਵੇਂ ਅਸੀਂ ਨੇੜੇ ਜਾਂਦੇ ਤਾਂ ਰੁੱਖ ਵੱਡਾ ਹੁੰਦਾ ਜਾਂਦਾ, ਪਰ ਜਿਹੜੇ ਵੱਡੇ ਇਨਸਾਨ ਨੇ ਜਿਨ੍ਹਾਂ ਦੇ ਅਸੀਂ ਜਿੰਨਾ ਨੇੜੇ ਜਾਈਏ ਤਾਂ ਉਨਾ ਹੀ ਉਹਨਾਂ ਦਾ ਕਿਰਦਾਰ ਸਾਨੂੰ ਛੋਟਾ ਨਜ਼ਰ, ਕਿਉਂਕਿ ਜਿਹੜਾ ਨੇੜੇ ਰਹਿੰਦਾ ਉਹਦੇ ਪਤਾ ਲੱਗਦਾ ਬੰਦਾ ਕੀ ਹੈਗਾ। ਤੇ ਜਦੋਂ ਬੰਦੇ ਨੂੰ ਪਾਵਰ ਮਿਲਦੀ ਹੈ ਉਦੋਂ ਉਹਦਾ ਅਸਲੀ ਜਿਹੜਾ ਹੁੰਦਾ ਨਾ ਅੰਦਰਲਾ ਸਾਬਤ ਹੁੰਦਾ ਉਹਦੀਆਂ। ਕਿਉਂਕਿ ਅਸੀਂ ਇਹ ਗਲਤ ਕਹਿੰਦੇ ਕਿ ਪਾਵਰ ਕਿਸੇ ਨੂੰ ਕਰਪਟ ਕਰਦੀ ਹੈ, ਪਾਵਰ ਕਿਸੇ ਨੂੰ ਕਰਪਟ ਨਹੀਂ ਕਰਦੀ। ਤੁਸੀਂ ਜੋ ਹੋ ਉਹ ਤੁਸੀਂ ਰਿਵੀਲ ਕਰਦੇ ਹੋ। ਜਿਹੜੀ ਤੁਹਾਡੀ ਮਾਰਚ ਹੈ ਪਾਵਰ ਤੱਕ, ਉਹ ਤੱਕ ਤੁਸੀਂ ਐਕਟਿੰਗ ਕਰ ਰਹੇ ਹੁੰਦੇ ਆ। ਜੇ ਤੁਸੀਂ ਮਗਰ ਜਦੋਂ ਤੁਸੀਂ ਪਾਵਰ 'ਤੇ ਪਹੁੰਚਦੇ ਫਿਰ ਤੁਸੀਂ ਆਪਣਾ ਅਸਲੀ ਰੂਪ ਦਿਖਾ ਦਿੰਦੇ ਹੋ। ਉਹ ਰੂਪ ਸੇਮ ਹੀ ਰਵੇ ਜੋ ਪਾਵਰ ਦੀ ਸਟਰਗਲ ਵਿੱਚ ਹੈ ਤਾਂ ਉਹ ਅੱਛਾ ਇਮਾਨਦਾਰ ਬੰਦਾ ਹੁੰਦਾ। ਜਿਹੜਾ ਬੰਦਾ ਤੁਸੀਂ ਮੋਦੀ ਸਾਹਿਬ ਦੇਖ ਰਹੇ ਹੋ, ਪਾਵਰ ਦੇ 'ਚ ਉਹਨਾਂ ਨੇ ਕੀ ਪ੍ਰੋਮਿਸ ਕੀਤੇ ਤਾਂ ਕੀ ਅਲਟੀਮੇਟਲੀ ਉਹਨਾਂ ਨੇ ਆਪਣਾ ਚਿਹਰਾ ਦਿਖਾਇਆ। ਇਹ ਕਨਵੈਨਸ਼ਨਲ ਮਾਰਚ ਹੈ। ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਤਰ੍ਹਾਂ ਦੀ ਇੱਦਾਂ ਦਾ ਨੋਟੰਕੀ ਮਿਲੇ ਜਿਹਨਾਂ ਉਹਨਾਂ ਨੂੰ ਫਿਰ ਪਛਤਾਉਣਾ ਪਵੇ, ਫਿਰ ਅਗਲੇ ਕਈ ਸਾਲਾਂ ਤੱਕ ਇੰਤਜ਼ਾਰ ਕਰਨਾ ਪਵੇ। ਬਹੁਤ ਸ਼ੁਕਰੀਆ। ਸੋ ਇਹ ਸਨ RS ਬੈਂਸ, ਬੜੇ ਬਖੂਬੀ ਤਰੀਕੇ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਅਸੀਂ ਆਪਣਾ ਆਗੂ ਕੋਈ ਚੁਣ ਰਹੇ ਹਾਂ ਤਾਂ ਉਹਦੀ ਸਾਨੂੰ ਸਵੈ ਪੜਚੋਲ ਕਰਨੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਹਾਲਾਤ ਨੇ। ਆਪਣੇ ਅੰਦਰ ਵੀ ਝਾਕਣਾ ਚਾਹੀਦਾ ਕਿ ਅਸੀਂ ਕਿਹਦੀ ਚੋਣ ਕਰ ਰਹੇ ਹਾਂ, ਅਤੇ ਜਿਹੜਾ ਆਗੂ ਸਾਨੂੰ ਚੰਗਾ ਲੱਗ ਰਿਹਾ ਤਾਂ ਉਹਦੀ ਵੀ ਪੜਚੋਲ ਕਰਨੀ ਬਹੁਤ ਜ਼ਰੂਰੀ ਹੈ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਸ ਤਰੀਕੇ ਨਾਲ ਹਾਲਾਤ ਬਣਦੇ ਦੇਖ ਰਹੇ ਹਾਂ, ਇਹ ਵੀ ਤਸਵੀਰਾਂ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇੱਕ ਬਹੁਤ ਵਧੀਆ ਇਨਸਾਨ ਦੀਪ ਸਿੱਧੂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ, ਇੱਕ ਸਿੱਖਾਂ ਦਾ ਸਿਰਮੌਰ ਆਗੂ, ਜਾਂ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਚੱਲ ਰਹੀਆਂ ਨੇ। ਅਸੀਂ ਕਿਸੇ ਦੀ ਮੁਖਾਲਫਤ ਨਹੀਂ ਕਰਦੇ, ਪਰ ਸਾਡਾ ਫਰਜ਼ ਇਹ ਬਣ ਜਾਂਦਾ ਐਜ਼ ਅ ਪੱਤਰਕਾਰ, ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਹਾਡੇ ਸਾਹਮਣੇ ਦੋ ਹੀ ਚੀਜ਼ਾਂ ਰੱਖੀਆਂ ਜਾਣ, ਸੱਚ ਕੀ ਹੈਗਾ, ਝੂਠ ਕੀ ਹੈਗਾ। ਇਹਦਾ ਨਿਰਤਾਰਾ ਤੁਸੀਂ ਆਪਣੇ ਤੌਰ 'ਤੇ ਪੜਚੋਲ ਕਰਕੇ ਕੱਢਣਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ?
ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਸੁਖਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਚੰਡੀਗੜ੍ਹ।